ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਹੁਣ ਤੇ ਪ੍ਰਾਈਮ ਮਿਨਿਸਟਰ ਮੋਦੀ ਆਪਣੇ ਫੇਰ ਹੋ ਕੇ ਗਏ ਨੇ, ਮਿਲ ਕੇ ਗਏ ਨੇ, ਫੇਰੀ ਪਈ ਹੈ ਉਹਨਾਂ ਦੀ। ਮਾਨ ਸਾਹਿਬ ਥੋੜ੍ਹੇ ਜਿਹੇ ਭਾਵੁਕ ਵੀ ਹੋ ਗਏ ਕੱਲ੍ਹ। ਉਹਨਾਂ ਨੇ ਪਿਛਲੀ ਫੇਰੀ ਨੂੰ ਚੇਤਾ ਕੀਤਾ ਜਦੋਂ 5 ਜਨਵਰੀ ਨੂੰ ਆਏ ਅਤੇ ਸੁਖਾਵਾਂ ਨਹੀਂ ਰਿਹਾ ਮਾਹੌਲ, ਉਸ ਨੂੰ ਮੁੜ ਤੋਂ ਚੇਤਾ ਕੀਤਾ। ਅਤੇ ਹੁਣ ਇਸ ਵਾਰ ਵੀ ਕਹਿੰਦੇ ਨੇ ਕਿ ਫੇਰੀ ਤਾਂ ਹੋਈ ਹੈ, ਪਰ ਜਿਹੜੇ ਉਹ ਪੈਕੇਜ ਦੇਣੇ ਸੀ ਪੰਜਾਬ ਨੂੰ, ਉਹ ਪੈਕੇਜ ਕਿੱਥੇ ਗਏ ਉਹਦਾ ਕੁਝ ਪਤਾ ਨਹੀਂ ਲੱਗਾ। ਅਤੇ ਪੰਜਾਬ ਵਾਸੀ ਕਿਤੇ ਬਹੁਤੇ ਖੁਸ਼ ਨਜ਼ਰ ਨਹੀਂ ਆਉਂਦੇ, ਕਿਉਂਕਿ ਬੜੀਆਂ ਉਮੀਦਾਂ ਸੀ। ਕਹਿੰਦੇ ਨੇ ਕਿ ਉਮੀਦਾਂ 'ਤੇ ਪਾਣੀ ਫਿਰ ਗਿਆ। ਵਾਕਈ ਸੰਜੀਵ ਜੀ, ਗੱਲ ਤਾਂ ਤੁਹਾਡੀ ਬਿਲਕੁਲ ਦਰੁਸਤ ਹੈ। ਕੱਲ੍ਹ ਕਿਹਾ ਜਾਂਦਾ ਸੀ ਕਿ 200 ਕਰੋੜ ਤੋਂ ਥੋੜ੍ਹਾ ਜਿਹਾ ਉੱਪਰ ਕਹਿੰਦੇ ਜੀ ਪੈਕੇਜ ਦੇਣਾ ਸੀ। ਜਦੋਂ 5 ਜਨਵਰੀ ਫਿਰੋਜ਼ਪੁਰ ਦੀ ਰੈਲੀ ਸੀਗੀ, ਜਦੋਂ 15-20 ਮਿੰਟ ਦੇ ਲਈ ਕਾਫਲਾ ਰੁਕਿਆ ਅਤੇ ਗੁੱਸੇ ਦੇ ਨਾਲ ਚਲੇ ਗਏ। ਫਿਰ ਉਹਨਾਂ ਦੇ ਮੰਤਰੀ ਜਿਹੜੇ, ਉਹਨਾਂ ਦੇ ਪਿੱਛੇ ਗੈਂਗ ਪੂਰੀ ਹੈ, ਮੰਤਰੀ ਮੰਡਲ ਹੈ, ਮੰਤਰਾਲੇ ਆ, ਫਿਰ ਬੁਲਾਰੇ ਆ ਉਹਨਾਂ ਦੇ, ਉਹ ਸਾਰੇ ਕਹਿਣ ਲੱਗ ਪਏ ਜੀ ਪੰਜਾਬ ਨੇ ਬੜੀ ਵੱਡੀ ਓਪਰਚੁਨਿਟੀ ਖੋਲ੍ਹ ਦਿੱਤੀ। ਕਈ ਵਾਰ ਇੱਦਾਂ ਹੁੰਦਾ ਕਿ ਮਾਪੇ, ਆਪਾਂ ਇੱਕ ਵੱਡੇ ਮੈਂ ਪਲੇਟਫਾਰਮ ਦੇ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਸ਼ੁੱਧ ਬੱਚੇ ਛੋਟੇ ਹੁੰਦੇ ਆ ਨਾ, ਅਤੇ ਬੜੀਆਂ ਸਾਰੀਆਂ ਗਲਤੀਆਂ ਕਰ ਦਿੰਦੇ ਆ। ਕਈ ਵਾਰੀ ਮਾਪੇ ਬਾਹਰੋਂ ਆਉਣ ਅਤੇ ਉਹ ਪੁੱਛਦੇ ਡੈਡੀ ਜੀ ਕੀ ਲਿਆਂਦਾ, ਉਸੇ ਚੱਕਰ 'ਚ ਮਾਪਿਆਂ ਦਾ ਦਿਨ ਖਰਾਬ ਗਿਆ ਹੋਵੇ ਅਤੇ ਮਾਪੇ ਕਈ ਵਾਰੀ ਖਿੱਝ ਜਾਂਦੇ ਆ ਨਾ। ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਉਹ ਚੀਜ਼ ਲੈ ਕੇ ਆਉਂਦੀ ਹੁੰਦੀ ਆ ਅਤੇ ਉਹ ਨਿਆਣਿਆਂ ਨੂੰ ਨਹੀਂ ਦਿੰਦੇ ਖਾਣ ਨੂੰ, ਵੀ ਉਹ ਚਲੇ ਜਾਂਦੇ ਆ। ਉਹ ਕਹਿੰਦੇ ਜੀ ਫਿਰ ਤੁਸੀਂ ਬਹੁਤ ਕੁਝ ਖੋ ਦਿੱਤਾ। ਹੁਣ ਜਦੋਂ ਆਪਾਂ ਸਟੇਟ ਦੇ ਰਾਜੇ ਦੀ ਗੱਲ ਕਰਦੇ ਹਾਂ, ਜਾਂ ਸਟੇਟ ਦੇ ਉਸ ਵੱਡੀ ਪਹੁੰਚ ਵਾਲੇ ਬੰਦੇ ਦੀ ਗੱਲ ਕਰਦੇ ਹਾਂ, ਜਾਂ ਇੱਕ ਵੱਡੇ ਉਸ ਸੀਟ ਦੇ ਉੱਤੇ ਬੈਠੇ ਬੰਦੇ ਦੀ ਗੱਲ ਕਰਦੇ ਹਾਂ, ਜਿਹੜਾ ਇੱਕ ਐਕਟ ਇੱਦਾਂ ਕਰਦਾ ਕਿ ਉਹ ਸਾਡਾ ਮਾਈ ਬਾਪ ਹੈ ਨਾ। ਹੁਣ ਆਪਾਂ ਕਹਿ ਹੀ ਲੈਂਦੇ ਕਿ ਪ੍ਰਾਈਮ ਮਿਨਿਸਟਰ ਸਭ ਤੋਂ ਵੱਡਾ ਹੈ, ਫਿਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਦੀ ਗੱਲ ਕਰ ਲੈਂਦੇ ਕਿ ਪ੍ਰੈਜ਼ੀਡੈਂਟ ਸਭ ਤੋਂ ਵੱਡੇ ਨੇ, ਹੈ ਨਾ। ਪਰ ਇਸੇ ਕਾਉਂਟੈਕਸ ਦੇ ਵਿੱਚ ਜੇ ਉਸ ਸਮੇਂ ਨਹੀਂ ਦਿੱਤਾ ਸੀ, ਤੇ ਕੱਲ੍ਹ ਜਿਹੜਾ ਉਦੋਂ ਆਏ ਹੈ ਨਾ, ਤੇ ਦੇ ਸਕਦੇ ਸੀ। ਚਲੋ ਥੋੜ੍ਹਾ ਦੇ ਦਿੰਦੇ, 100 ਕਰੋੜ ਦਾ ਜਿਹੜਾ ਆ ਕੁਛ ਦੇ ਦਿੰਦੇ, ਪ੍ਰੋਜੈਕਟ ਦੇ ਦਿੰਦੇ, ਕਿਉਂਕਿ ਆਸਾਂ ਬੜੀਆਂ ਸੀਗੀਆਂ। ਪੰਜਾਬ ਇੱਕ ਵਿੱਤੀ ਸੰਕਟ ਤੋਂ, ਜਿਹੜਾ ਆ ਇੱਕ ਐਸੀ ਸਟੇਟ ਹੈ ਜਿਹੜੀ ਵਿੱਤੀ ਸੰਕਟ ਤੋਂ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਜੂਝ ਰਹੀ ਹੈ ਵਿੱਤੀ ਸੰਕਟ ਦੇ ਨਾਲ। ਸੋ ਇਹ ਕਿਤੇ ਨਾ ਕਿਤੇ ਹਰ ਕਿਸੇ ਨੂੰ ਪਤਾ ਆ। ਔਰ ਜੇ ਪ੍ਰਾਈਮ ਮਿਨਿਸਟਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਮ ਮਿਨਿਸਟਰ ਨੂੰ ਵੀ ਇਸ ਤੋਂ ਖਬਰ ਹੋਊਗੀ। ਬੇਖਬਰ ਹੋ ਗਏ ਤਾਂ ਉਹ ਬੈਠੇ ਨਹੀਂ ਹੋਣਗੇ ਨਾ। ਕੱਲ੍ਹ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਭਾਸ਼ਣ ਦੀ, ਅਤੇ ਉਹਨਾਂ ਦੇ ਭਾਸ਼ਣ ਦੇ ਵਿੱਚ ਪੰਜਾਬ ਦੇ ਨਾਲੋਂ ਹਿਮਾਚਲ ਦਾ ਟੱਚ ਜ਼ਿਆਦਾ ਨਜ਼ਰ ਆਇਆ। ਹਿਮਾਚਲ ਸ਼ਬਦ ਉਹਨਾਂ ਨੇ 5-6 ਵਾਰ ਵਰਤ ਲਿਆ, ਹੈ ਨਾ। ਜਦੋਂ ਕਿ ਪੰਜਾਬ ਸ਼ਬਦ ਬੜੀ ਘੱਟ ਆ ਰਹੀ ਕਹਿੰਦੇ ਵਰਤਿਆ। ਜਿਹੜੇ ਮੀਡੀਆ ਐਨਾਲਿਸਿਸ ਉੱਥੇ ਬੈਠੇ ਸੀਗੇ ਪੰਜਾਬ ਵਾਲੇ, ਉਹ ਦੱਸਦੇ ਪਏ ਨੇ ਜੀ। ਫਿਰ ਪੰਜਾਬ ਦੀ ਜਦੋਂ ਪਹਿਲਾਂ ਆਉਂਦੇ ਸੀ ਨਾ, ਪੰਜਾਬ ਦੇ ਬੜੇ ਇੱਕ 3 ਤਬਕੇ ਜਿਹਨਾਂ ਦੀ ਗੱਲ ਉਹ ਕਰਦੇ ਸੀ। ਕਿਸਾਨੀ ਦੇ ਬਾਰੇ ਬੜੀ ਗੱਲ ਕਰਦੇ ਸੀ, ਜਵਾਨੀ ਦੇ ਬਾਰੇ ਬੜੀ ਗੱਲ ਕਰਦੇ ਸੀ, ਅਤੇ ਪੰਜਾਬ ਦੇ ਵਿੱਚ ਜਿਹੜਾ ਧਰਮ ਹੈ, ਜਿਹੜਾ ਸਿੱਖ ਧਰਮ ਹੈ, ਉਹਦੀ ਬਾਰੇ ਬੜੀ ਗੱਲ ਕਰਦੇ ਸੀ। ਕੱਲ੍ਹ ਉਹ ਤਿੰਨੋਂ ਚੀਜ਼ਾਂ ਉਹਨਾਂ ਦੀ ਪਲੇਟ ਦੇ ਵਿੱਚੋਂ ਮਨਫੀ ਰਹੀਆਂ। ਕੱਲ੍ਹ ਉਹ ਚੀਜ਼ਾਂ ਲੱਗੀਆਂ ਹੀ ਨਹੀਂ ਹੈਗੀਆਂ। ਹਾਲਾਂਕਿ ਪੰਜਾਬ ਗਵਰਨਮੈਂਟ ਦੀ ਮੈਂ ਇੱਥੇ ਤਾਰੀਫ ਕਰੂੰਗਾ, ਉਹਨਾਂ ਨੇ ਕੋਈ ਊਣਤਾ ਹੀ ਨਹੀਂ ਛੱਡੀ। 7,500 ਦੇ ਕਰੀਬ ਜਿਹੜੇ ਉੱਥੇ ਮੁਸ਼ਤੈਦ ਕਰ ਦਿੱਤੇ ਆਪਣੇ ਜਿਹੜੇ ਆਫਿਸਰ ਸੀਗੇ, ਉਹਨਾਂ ਦੇ ਲਈ ਹੈਲੀਪੈਡ, 11 ਹੈਲੀਪੈਡ ਜਿਹੜੇ ਸੀਗੇ, ਔਰ ਸਿਕਿਉਰਿਟੀ ਦੇ ਲਈ ਮਤਲਬ ਇਹ ਕਹਿ ਲਓ ਕਿ ਬੜਾ ਕੁਛ ਉਹਨਾਂ ਨੇ ਕੀਤਾ। ਰੈੱਡ ਕਾਰਪੇਟ ਵਿਛਾਇਆ ਗਿਆ ਉਹਨਾਂ ਦੇ ਸਵਾਗਤ ਦੇ ਵਿੱਚ। ਸਟੇਜ ਤੋਂ ਸਾਡੇ ਮੰਤਰੀ ਸਾਹਿਬ ਜਿਹੜੇ ਨੇ, ਉਹਨਾਂ ਨੇ, ਜਿਹੜੇ CM ਸਾਹਿਬ ਨੇ ਸਾਡੇ, ਉਹਨਾਂ ਨੇ ਕਿਹਾ ਵੀ ਕਿ ਚਲੋ ਸਾਨੂੰ ਪਿਛਲੀ ਵਾਰੀ ਦੀ ਜਿਹੜੀ ਹੈ ਅਸੀਂ ਕਹਿੰਦੇ ਹਾਂ ਕਿ ਉਹ ਮਾੜਾ ਹੋਇਆ ਜੋ ਵੀ ਹੋਇਆ, ਪਰ ਚਲੋ ਅੱਗੋਂ ਜੋ ਹੋਏਗਾ ਅਸੀਂ ਦਰੁਸਤ ਚਾਹੁੰਦੇ ਹਾਂ। ਇਹਨਾਂ ਸਾਰੀਆਂ ਘਟਨਾ ਦੇ ਬਾਵਜੂਦ ਸੰਜੀਵ ਜੀ, ਇੱਕ ਕੜੀ ਜਿਹੜੀ ਮਿਸ ਹੈ, ਉਹ ਕੜੀ ਕਿਸਾਨੀ ਹੈ। ਕਿਉਂਕਿ ਹੁਣੇ ਜੇ ਆਪਾਂ ਕਹਿੰਦੇ ਬਿਜਲੀ ਬਿੱਲ ਵੀ ਲਿਆਇਆ ਜਾ ਰਿਹਾ, MSP ਵੀ ਲਿਆਇਆ ਜਾ ਰਿਹਾ। ਹਾਲਾਂਕਿ ਸਿੱਖ ਜਥੇਬੰਦੀਆਂ ਵੀ ਕਹਿੰਦੀਆਂ ਸੀ ਕਿ ਸਟੇਜ ਤੋਂ ਬੰਦੀ ਸਿੰਘ ਜਿਹੜੇ ਨੇ, ਉਹਨਾਂ ਦੀ ਰਿਹਾਈ ਦੇ ਉੱਤੇ ਵੀ ਕੋਈ ਫੈਸਲਾ ਆ ਸਕਦਾ ਆ। ਪਰ ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਸਿਰਫ ਅਤੇ ਸਿਰਫ ਕੈਂਸਰ ਇੰਸਟੀਚਿਊਟ, ਹੋਮੀ ਭਾਵਾ ਕੈਂਸਰ ਇੰਸਟੀਚਿਊਟ ਪੰਜਾਬ ਨੂੰ ਮਿਲਿਆ, ਪਰ ਉਸ ਤੋਂ ਇਲਾਵਾ ਕੁਝ ਹੋਰ ਨਹੀਂ ਮਿਲਿਆ। ਇਹ ਸਾਰਾ ਘਟਨਾਕ੍ਰਮ ਤੁਸੀਂ ਦੱਸਿਆ, ਇਹਦੇ 'ਚ ਇੱਕ ਚੀਜ਼ ਜੋ ਸਭ ਤੋਂ ਜ਼ਿਆਦਾ ਫੋਕਸ ਕਰਨ ਵਾਲੀ ਹੈ, ਸਭ ਤੋਂ ਜ਼ਿਆਦਾ ਧਿਆਨ ਦੇਣ ਯੋਗ ਹੈ, ਉਹ ਇਹ ਹੈ ਕਿ ਇੱਕ ਇਨਸਾਨ ਦੀ ਮਰਜ਼ੀ ਦੇ ਉੱਤੇ ਡਿਪੈਂਡ ਕਰਦੀ ਪਈ ਹੈ ਸਟੇਟ ਪੰਜਾਬ। ਅਕੋਰਡਿੰਗ ਟੂ ਕੌਨਸਟੀਟਿਊਸ਼ਨ ਜਾਂ ਰਾਜਨੀਤੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮੇਰੀ ਮਰਜ਼ੀ ਚੱਲਣੀ ਚਾਹੀਦੀ ਹੈ। ਭਾਵੇਂ ਉਹ ਪ੍ਰਾਈਮ ਮਿਨਿਸਟਰ ਕਿਉਂ ਨਾ ਹੋਣ, ਮਰਜ਼ੀ ਉਹਨਾਂ ਦੀ ਨਹੀਂ ਚੱਲੇਗੀ। ਮਰਜ਼ੀ ਇਹ ਚੱਲੇਗੀ ਕਿ ਜਨਤਾ ਦੀ ਕੀ ਰਿਕੁਆਇਰਮੈਂਟ ਆ, ਜਨਤਾ ਨੂੰ ਕੀ ਚਾਹੀਦਾ, ਪੰਜਾਬ ਨੂੰ ਕੀ ਚਾਹੀਦਾ। ਇਹ ਨਹੀਂ ਕਿ ਮੈਂ ਪ੍ਰਾਈਮ ਮਿਨਿਸਟਰ, ਮੈਂ ਦੇਣਾ ਚਾਹੁੰਦਾ ਕਿ ਨਹੀਂ ਦੇਣਾ ਚਾਹੁੰਦਾ, ਇਟਸ ਮਾਈ ਵਿਲ। ਨੋ, ਪੰਜਾਬ ਨੂੰ ਜਿਸ ਚੀਜ਼ ਦੀ ਜ਼ਰੂਰਤ ਆ ਉਹ ਚੀਜ਼ ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਉਹ 5 ਜਨਵਰੀ ਨੂੰ ਵੀ ਮਿਲਣੀ ਚਾਹੀਦੀ ਸੀ। ਔਰ ਇਹ ਕਦੋਂ ਹੋਇਆ, ਕਿੱਥੇ ਹੋਇਆ, ਕਦੀ ਵੀ ਨਹੀਂ ਹੋਇਆ ਨਾ। ਇਹੀ ਤਾਂ ਚੀਜ਼ਾਂ ਨੇ। ਇਸੇ ਕਰਕੇ ਹੀ ਭਾਰਤ ਦੀ ਸਥਿਤੀ ਹੈ 75 ਸਾਲ ਦੀ ਆਜ਼ਾਦੀ ਤੋਂ ਬਾਅਦ, ਕਿ ਇੱਕ ਬੰਦੇ ਦੀ ਮਰਜ਼ੀ ਦੇ ਉੱਤੇ ਸਭ ਕੁਝ ਨਿਰਭਰ ਕਰਦਾ। ਇਹ ਦਰਅਸਲ ਇਹੀ ਹੈ ਲੋਕਤੰਤਰ ਦਾ ਜਿਹੜਾ ਅਸਲ ਅਕਸ ਹੈ ਨਾ ਸੰਜੀਵ ਜੀ,
ਉਹ ਇਹ ਲੋਕ ਉਹਦੇ ਤੇ ਡਟ ਕੇ ਪਹਿਰਾ ਦੇਣ। ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ, ਜਿੱਥੇ ਜਦੋਂ ਲੋਕ ਪੁੱਛਦਾ ਮਜ਼ਬੂਤ, ਕਿਉਂਕਿ ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ, ਕਿਉਂਕਿ ਜਦੋਂ ਲੋਕ ਪੁੱਛਦੇ ਆ ਨਾ ਸਾਨੂੰ ਕਿ ਤੁਸੀਂ ਜਰਨਲਿਸਟ ਹੋ, ਯੰਗ ਜਰਨਲਿਸਟ ਹੋ, ਤੁਹਾਨੂੰ ਲੱਗਦਾ ਹੈ ਕਿ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਤਾਂ ਫਿਰ ਲੋਕਤੰਤਰ ਕਿਉਂ ਨਹੀਂ ਹੈਗਾ? ਮੈਂ ਕਿਹਾ ਇਸ ਕਰਕੇ ਨਹੀਂ ਹੈਗਾ ਕਿਉਂਕਿ ਇੱਕ ਇਹਦੇ ਦੋ ਰੀਜ਼ਨ ਹੋ ਸਕਦੇ ਆ। ਇੱਕ ਤਾਂ ਜਿਹੜੇ ਸਾਡੇ ਪਹਿਲੇ ਲੀਡਰ ਸੀ, ਜਿਹਨੂੰ ਅਸੀਂ ਕਹਿੰਦੇ ਆ ਕਿ ਬਹੁਤ ਪਹਿਲੇ ਲੀਡਰ ਹੋ ਗਏ ਸੀਗੇ, ਜਿਹੜੇ ਟਾਈਮ ਆਫ ਇਨਸੈਪਸ਼ਨ ਆਏ ਨੇ, ਹੈ ਨਾ, ਉਹਨਾਂ ਦੀਆਂ ਮਨਸ਼ਾਵਾਂ ਚੰਗੀਆਂ ਨਹੀਂ ਸੀ। ਤੇ ਦੂਸਰਾ, ਉਹਨਾਂ ਦੀਆਂ ਮਨਸ਼ਾਵਾਂ ਦੇ ਚੱਕਰ ਦੇ ਵਿੱਚ ਉਹਨਾਂ ਨੇ ਸਾਡੇ ਵਰਗੇ ਲੋਕ ਜਿਹੜੇ ਨੇ ਨਾ, SC ਜਿਹਨੂੰ ਅਸੀਂ ਕਹਿੰਦੇ ਆ, BC ਜਿਹਨਾਂ ਨੂੰ ਅਸੀਂ ਕਹਿੰਦੇ ਆ, ਜਨਰਲ ਕੈਟਾਗਰੀਜ਼ ਜਿਹਨਾਂ ਨੂੰ ਕਹਿੰਦੇ ਅਸੀਂ, ਕੈਟਾਗਰੀਆਂ ਦੇ ਵਿੱਚ ਵੰਡੇ ਗਏ, ਉਹਨਾਂ ਨੂੰ ਜਾਗਰੂਕ ਨਹੀਂ ਹੋਣ ਦਿੱਤਾ ਗਿਆ। ਗੱਲ ਇਹੀ ਹੈ। ਮਤਲਬ ਅਗਰ ਪ੍ਰਾਈਮ ਮਿਨਿਸਟਰ ਸਾਹਿਬ ਵੀ ਨੇ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਜੋ ਡਿਊਟੀਆਂ ਨੇ ਨਾ, ਉਹ ਕਨਸਟੀਟਿਊਸ਼ਨ ਦੇ ਵਿੱਚ ਲਿਖੀਆਂ ਗਈਆਂ ਨੇ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਬਾਬਾ ਸਾਹਿਬ ਨੇ ਲਿਖੀਆਂ ਨੇ। ਕਨਸਟੀਟਿਊਸ਼ਨ ਦੇ ਮੁਤਾਬਿਕ ਪ੍ਰਾਈਮ ਮਿਨਿਸਟਰ ਨੂੰ ਚੱਲਣਾ ਪੈਣਾ। ਇਹ ਨਹੀਂ ਕਿ ਪ੍ਰਾਈਮ ਮਿਨਿਸਟਰ ਦੀ ਆਪਣੀ ਮਰਜ਼ੀ ਕੀ ਹੈ। ਮੈਂ ਪੰਜਾਬ ਨੂੰ ਪ੍ਰਮੋਟ ਕਰਨਾ ਚਾਹੁੰਦਾ, ਨਹੀਂ। ਮੈਂ ਗੁਜਰਾਤ ਨੂੰ ਪ੍ਰਮੋਟ ਕਰਨਾ ਚਾਹੁੰਦਾ, ਯੈਸ। ਮੈਂ ਹਰਿਆਣਾ ਨੂੰ ਪ੍ਰਮੋਟ ਕਰਨਾ ਚਾਹੁੰਦਾ, ਯੈਸ, ਕਿਉਂਕਿ ਉੱਥੇ ਮੇਰੀ ਆਪਣੀ ਪਾਰਟੀ ਦੀ ਗਵਰਨਮੈਂਟ ਹੈ। ਮੈਂ ਪੰਜਾਬ ਨੂੰ ਪ੍ਰਮੋਟ ਨਹੀਂ ਕਰਾਂਗਾ ਕਿਉਂਕਿ ਉੱਥੇ ਮੇਰੀ ਆਪਣੀ ਪਾਰਟੀ ਦੀ ਗਵਰਨਮੈਂਟ ਨਹੀਂ ਹੈ। ਸੰਵਿਧਾਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਤੁਹਾਡੀ ਆਪਣੀ ਮਰਜ਼ੀ ਚੱਲੇਗੀ, ਜਾਂ ਸਟੇਟ ਦੀ ਰਿਕੁਆਇਰਮੈਂਟ ਹੈ ਜਾਂ ਦੇਸ਼ ਦੀ ਰਿਕੁਆਇਰਮੈਂਟ ਹੈ। ਤੁਸੀਂ ਉਹ ਰਿਕੁਆਇਰਮੈਂਟ ਪੂਰੀ ਕਰਨ ਵਾਸਤੇ ਉਸ ਅਹੁਦੇ ਤੇ ਬੈਠੇ ਹੋਏ ਹੋ, ਨਾ ਕਿ ਆਪਣੀ ਮਰਜ਼ੀ ਚਲਾਉਣ ਵਾਸਤੇ ਬੈਠੇ ਹੋ। ਇਹ ਕੀ ਹੋਇਆ ਕਿ ਪ੍ਰਾਈਮ ਮਿਨਿਸਟਰ ਸਾਹਿਬ ਦਾ ਚਿਹਰਾ ਦੇਖਦੇ ਰਹੀਏ ਕਿ ਕਦੋਂ ਸਾਡੀ ਝੋਲੀ 'ਚ ਕੁਝ ਪਾਉਣ, ਕਦੋਂ ਸਾਡੀ ਝੋਲੀ 'ਚ ਕੁਝ ਪਾਉਣ। ਇਹ ਤਾਂ ਨਹੀਂ ਹੋਏਗਾ ਨਾ। ਜੋ ਸਾਨੂੰ ਰਿਕੁਆਇਰਮੈਂਟ ਹੈ ਸਾਨੂੰ ਦਿਓ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ, ਜੋ ਫੈਡਰਲ ਸਿਸਟਮ ਦੀ ਡਿਮਾਂਡ ਹੈ, ਜਿੱਦਾਂ ਫੈਡਰਲ ਸਿਸਟਮ ਚੱਲਦਾ। ਪਰ ਸਾਡੀ ਬਦਕਿਸਮਤੀ ਇਹ ਹੈ ਭਾਰਤ ਦੀ ਕਿ ਕਦੀ ਵੀ, ਸ਼ਾਇਦ ਹੀ ਕਦੀ, ਕੋਈ ਇੱਦਾਂ ਦਾ ਨੇਤਾ ਸਾਨੂੰ ਮਿਲਿਆ ਹੋਵੇ ਜਿਹੜਾ ਸਾਡੀ ਰਿਕੁਆਇਰਮੈਂਟ ਨੂੰ ਦੇਖ ਕੇ ਚੱਲੇਗਾ, ਨਾ ਕਿ ਆਪਣੀ ਮਰਜ਼ੀ ਨੂੰ ਦੇਖ ਕੇ ਚੱਲੇਗਾ। ਵਾਕਈ ਤੁਹਾਡੀ ਗੱਲ ਬੜੀ ਦੁਰਸਤ ਹੈ ਕਿ ਸ਼ਾਇਦ ਹੀ ਸਾਨੂੰ ਕੋਈ ਸ਼ਾਇਦ ਹੀ ਲੀਡਰ ਐਸਾ ਕੋਈ ਪੜਿਆ ਹੋਵੇ, ਬਲਕਿ ਪੂਰੇ ਭਾਰਤ ਵਿੱਚ ਸਟੇਟ ਗਵਰਨਮੈਂਟਸ ਵਿੱਚ ਵੀ ਦੇਖ ਲਓ, ਬਹੁਤ ਹੀ ਘੱਟ ਮਿਲੇ ਹੋਣਗੇ। ਪਤਾ ਗੱਲ ਕੀ ਆ ਸੰਜੀਵ ਜੀ, ਗੱਲ ਉਹੀ ਹੈ ਕਿ ਜਦੋਂ ਅਸੀਂ ਲੋਕਤੰਤਰ, ਇੱਥੇ ਲੂਪ ਹੋਲ ਬੜੇ ਨੇ। ਹੁਣ ਜਦੋਂ ਤੁਸੀਂ ਕਹਿੰਦੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ, ਇਫ ਆਈ ਐਮ ਨਾਟ ਰੋਂਗ, ਤਾਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਹਰ ਕੈਟਾਗਰੀਜ਼ ਦੇ ਵਿੱਚ, ਹਰ ਡਿਵੀਜ਼ਨ ਦੇ ਵਿੱਚ ਇੰਨਾ ਮਿਲਣਾ ਹੈ। ਬਿਲਕੁਲ ਹੈ। ਪਰ ਇੱਕ ਵੱਡਾ ਤਬਕਾ, ਕਿਉਂਕਿ ਇੱਥੇ ਕੁਆਸੀ ਜੁਡੀਸ਼ੀਅਲੀ ਚੱਲਦਾ ਨਾ, ਇੱਥੇ 2 ਟੀਅਰ ਹੈ, ਇੱਕ ਸਟੇਟ ਇੱਕ ਸੈਂਟਰ ਹੈ, ਔਰ ਜਿਹੜਾ ਵੱਡਾ ਪੂਲ ਹੈ ਸੈਂਟਰ ਨੂੰ ਦਿੱਤਾ ਹੋਇਆ। ਹੁਣ ਸੈਂਟਰ ਦੇ ਕੋਲ ਵੱਡਾ ਪੂਲ ਹੋਣ ਕਰਕੇ ਉਹਨਾਂ ਦੇ ਕੋਲ ਵੱਡੀਆਂ ਲੀਵਰੇਜ ਵੀ ਆ। ਹੁਣ ਹਰ ਚੀਜ਼ ਜਿਹੜੀ ਆ, ਕਿਸੇ ਵੀ ਤੁਸੀਂ ਦੇਖ ਲਓ, ਕਿਸੇ ਵੀ ਦੁਨੀਆ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਉਹ ਪਿਨ ਡਾਊਨ, ਹਰ ਚੀਜ਼ ਪਿਨ ਡਾਊਨ ਨਹੀਂ ਹੋ ਸਕਦੀ। ਕੁਝ ਚੀਜ਼ਾਂ ਅੰਡਰਸਟੂਡ ਹੁੰਦੀਆਂ। ਹੁਣ ਜੇ ਅਸੀਂ ਜਿਹਨੂੰ ਅਸੀਂ ਨੈਚੁਰਲ ਲਾਅ ਕਹਿੰਦੇ ਆ, ਬਿਲਕੁਲ ਤੁਸੀਂ ਦੇਖ ਲਓ, ਜੇ ਆਪਾਂ ਬ੍ਰਿਟੇਨ ਵਰਗੇ ਮੁਲਕ ਦੀ ਗੱਲ ਕਰਦੇ ਆ, ਇੰਗਲੈਂਡ ਵਰਗੇ ਮੁਲਕ ਦੀ ਗੱਲ ਕਰਦੇ, ਜਿੱਥੇ ਲਿਖਤੀ ਸੰਵਿਧਾਨ ਹੀ ਹੈ ਨਹੀਂ ਹੈ। ਹਾਲਾਂਕਿ ਹੁਣ ਤਾਂ ਚਲੋ ਅਸੀਂ ਮਾਡਰਨ ਆ ਗਏ, ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਸਾਡੇ ਕੋਲ ਲਿਖਤੇ ਆਉਂਦੇ ਨੇ, ਪਰ ਉਹ ਕੰਟਰੀ ਜਿਹਨੇ ਦੁਨੀਆ, ਜਿਹੜੇ ਕਹਿੰਦੇ ਉਹਨਾਂ ਦਾ ਸੂਰਜ ਹੀ ਨਹੀਂ ਡੁੱਬਦਾ ਸੀਗਾ, ਉਹਨਾਂ ਦੇ ਕੋਲ ਆਪਣਾ ਲਿਖਤੀ ਸੰਵਿਧਾਨ ਨਹੀਂ ਹੈਗਾ। ਇੱਕ ਸਿਸਟਮ ਹੈ, ਉੱਥੇ ਲੋਕ ਫੋਲੋ ਕਰਦੇ ਉਸ ਪਾਰਟਿਕੂਲਰ ਸਿਸਟਮ ਨੂੰ। ਦਰਅਸਲ ਲਿਖਤਾਂ ਜ਼ਰੂਰੀ ਨਹੀਂ ਹੈਗੀਆਂ। ਤੁਹਾਡਾ ਕਰੈਕਟਰ ਕੀ ਆ, ਤੁਹਾਡਾ ਕਰੈਕਟਰ ਡਿਵੈਲਪ ਕਿੱਦਾਂ ਹੋਇਆ, ਤੁਸੀਂ ਕਿੱਦਾਂ ਤੁਹਾਡੀ ਸਦੀਆਂ ਤੋਂ ਸਦੀਆਂ ਤੁਸੀਂ ਚੱਲੇ ਹੋ ਨਾ, ਉਹ ਸਭ ਕੁਝ ਮੈਟਰ ਕਰਦਾ। ਐਗਜ਼ੈਕਟਲੀ ਇੱਕ ਗੱਲ ਹੋਰ ਕਿ ਅਸੀਂ ਦੇਖੋ 75 ਸਾਲ ਮਨਾਏ, ਮੈਂ ਨਾ ਕਹਿੰਦਾ, ਤੁਸੀਂ ਅੱਜ ਵੀ ਐਸਸੀ ਕੋਈ ਖੜਾ ਕਰਕੇ ਵੇਖ ਲਓ, ਜਿਹੜੇ ਮੋਸਟ ਆਫ ਦੀ ਐਸਸੀ ਹੈ, ਚਾਹੇ ਉਹ ਬਿਹਾਰ ਦੇ ਵਿੱਚ ਹੈ, ਚਾਹੇ ਉਹ ਯੂਪੀ ਦੇ ਵਿੱਚ ਹੈ, ਚਾਹੇ ਉਹ ਪੰਜਾਬ ਦੇ ਵਿੱਚ ਹੈ, ਚਾਹੇ ਮਹਾਰਾਸ਼ਟਰ ਦੇ ਹੈ, ਚਾਹੇ ਗੁਜਰਾਤ ਦੇ ਆ, ਉਹਨਾਂ ਦੇ ਹਾਲਾਤ ਹਲੇ ਤਕਰੀਬਨ ਸਾਰਿਆਂ ਦੇ ਸੇਮ ਨੇ। ਉਹਨਾਂ ਦਾ ਲਾਈਫ ਸਟਾਈਲ ਸ਼ਾਇਦ ਮਾਡਰਨ ਹੋ ਕੇ ਉਹਨਾਂ ਨੇ ਵੀ ਡਿਸ਼ ਲਵਾ ਲਈ ਹੋਊਗੀ, ਸ਼ਾਇਦ ਉਹਨਾਂ ਕੋਲੇ ਹੱਥ 'ਚ ਫੋਨ ਹੋਣਗੇ, ਪਰ ਐਜੂਕੇਸ਼ਨ, ਜੌਬ ਅਪੋਰਚੁਨਿਟੀਜ਼, ਲਾਈਫ ਸਟਾਈਲਸ, ਹੈਲਥ, ਉਹ ਹਜੇ ਵੀ ਉਸ 'ਤੇ ਹੀ ਆ ਮੋਸਟ ਆਫ ਦਾ। ਐਗਜ਼ੈਕਟਲੀ ਕਿਉਂਕਿ ਸੋਚ, ਬਿਹੇਵੀਅਰ, ਐਟੀਟਿਊਡ, ਐਜੂਕੇਸ਼ਨ ਕੀ ਹੈ? ਐਜੂਕੇਸ਼ਨ ਐਟੀਟਿਊਡ ਹੈ, ਔਰ ਐਟੀਟਿਊਡ ਤੁਹਾਡੇ ਬਿਹੇਵੀਅਰ ਦਾ ਬੇਸ ਬਣਦਾ ਕਿ ਤੁਸੀਂ ਬਿਹੇਵ ਕਿੱਦਾਂ ਕਰਦੇ ਹੋ। ਤੁਸੀਂ ਜਿਵੇਂ ਬ੍ਰਿਟੇਨ ਦੀ ਗੱਲ ਕਰ ਰਹੇ ਹੋ, ਇੱਕ ਬਿਹੇਵੀਅਰ ਆ ਕਿ ਉਹਦੇ 'ਚ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਸਾਡੇ ਉਹ ਚੀਜ਼ ਮਿਸਿੰਗ ਆ, ਔਰ ਬਾਟਮ ਲਾਈਨ ਇਹ ਮਿਲਦੀ ਆ ਕਿ ਮਿਸਯੂਜ਼ ਆਫ ਪਾਵਰ। ਇਹੀ ਬਾਟਮ ਲਾਈਨ ਮਿਲੇਗੀ। ਤੁਸੀਂ ਜਿੱਧਰ ਮਰਜ਼ੀ ਨਜ਼ਰ ਦੌੜਾ ਕੇ ਦੇਖ ਲਓ, ਭਾਵੇਂ ਜਿੰਨਾ ਮਰਜ਼ੀ ਕਵਰ ਅਪ ਕਰ ਲਓ, ਕਾਨੂੰਨ ਨੂੰ ਤੋੜ ਮਰੋੜ ਕੇ, ਗੱਲਾਂ ਕਰਕੇ, ਹੋਰ ਬੜੀਆਂ ਇਮੋਸ਼ਨਲ ਗੱਲਾਂ ਕਰਕੇ, ਕਨਸਟੀਟਿਊਸ਼ਨ ਨੂੰ ਵੀ ਤੁਸੀਂ ਆਪਣੇ ਮੁਤਾਬਿਕ ਤੋੜ ਮਰੋੜ ਕੇ ਤੁਸੀਂ ਆਪਣੇ ਕਵਰ ਅਪ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਘੜ ਲੈਂਦੇ ਹੋ, ਔਰ ਲੋਕਾਂ ਨੂੰ ਤੁਸੀਂ ਘੁਮਾ ਲੈਂਦੇ ਹੋ, ਦਿਮਾਗ ਘੁਮਾ ਲੈਂਦੇ ਹੋ, ਜਾਂ ਕਿ ਉਹ ਗੁੰਮਰਾਹ ਕਰ ਲੈਂਦੇ ਹੋ, ਔਰ ਵਿੱਚੋਂ ਤੁਸੀਂ ਆਪਣੀ ਮਰਜ਼ੀ ਚਲਾ ਲੈਂਦੇ ਹੋ। ਇਹ ਚੱਲਦਾ, ਬਟ ਬਾਟਮ ਲਾਈਨ ਇਜ਼ ਮਿਸਯੂਜ਼ ਆਫ ਪਾਵਰ। ਤੁਹਾਨੂੰ ਪਤਾ ਹੁੰਦਾ ਤੁਸੀਂ ਕੀ ਕਰਦੇ ਪਏ ਹੋ, ਔਰ ਤੁਹਾਨੂੰ ਇਹ ਵੀ ਪਤਾ ਹੁੰਦਾ ਕਿ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਤੁਸੀਂ ਕਰਦੇ ਹੋ। ਕਿਉਂ ਕਰਦੇ ਹੋ? ਤੁਹਾਡੇ ਆਪਣੇ ਪੋਲੀਟੀਕਲ ਮੋਟਿਵਸ ਨੇ, ਤੁਹਾਡੇ ਆਪਣਾ ਪੋਲੀਟੀਕਲ ਏਜੰਡਾ ਹੈ। ਤਾਂ ਫਿਰ ਉੱਥੇ ਗੱਲ ਆਉਂਦੀ ਆ, ਦੇਸ਼ ਮੈਟਰ ਕਰਦਾ ਤੁਹਾਡੇ ਵਾਸਤੇ, ਦੇਸ਼ ਦੇ ਲੋਕ ਮੈਟਰ ਕਰਦੇ ਨੇ ਤੁਹਾਡੇ ਵਾਸਤੇ, ਜਿਹਦੇ ਵਾਸਤੇ ਤੁਸੀਂ ਚੁਣੇ ਗਏ ਹੋ, ਜਿਹਦੇ ਵਾਸਤੇ ਤੁਹਾਨੂੰ ਚੁਣ ਕੇ ਬਿਠਾਇਆ ਗਿਆ ਹੈ, ਜਿਸ ਅਹੁਦੇ 'ਤੇ ਤੁਸੀਂ ਬੈਠੇ ਹੋ, ਤੁਸੀਂ ਉਹਨੂੰ ਜਸਟੀਫਾਈ ਕਰਦੇ ਪਏ ਹੋ? ਨੋ।
ਅੱਛਾ, ਮੈਨੂੰ ਲੱਗਦਾ ਸੰਜੀਵ ਜੀ ਅਸੀਂ ਆਫ ਦਾ ਟਰੈਕ ਹੋ ਗਏ। ਆਫ ਦਾ ਟਰੈਕ ਹੋ ਗਏ, ਕਿਉਂਕਿ ਆਫ ਦਾ ਟਰੈਕ ਇੰਨੇ ਕੀ ਹੋਏ ਆ ਆਪਾਂ ਕਿ ਜੋ ਇਹ ਸਾਰੀ ਫੇਰੀ ਤੋਂ ਉੱਤੋਂ ਅਸੀਂ ਉਮੀਦਾਂ ਲਗਾ ਕੇ ਬਹਿੰਦੇ ਹਾਂ ਕਿ ਇਦਾਂ ਹੋਏਗਾ, ਆ ਕੇ ਪੈਕੇਜ ਮਿਲੇਗਾ, ਫਿਰ ਉਹ ਚੀਜ਼ ਮਿਸਿੰਗ ਹੋ ਜਾਂਦੀ ਹੈ। ਫਿਰ ਅਸੀਂ ਆਈਡੀਅਲਿਸਟਿਕ ਗੱਲ ਤਾਂ ਨਹੀਂ ਹੈ, ਅਕੋਰਡਿੰਗ ਟੂ ਕਨਸਟੀਟਿਊਸ਼ਨ ਆ ਕਿ ਅਸੀਂ ਫਿਰ ਉਸ ਗੱਲ ਦੇ ਉੱਤੇ ਗੌਰ ਕਰਦੇ ਹਾਂ ਕਿ ਤੁਹਾਡਾ ਫਰਜ਼ ਕੀ ਬਣਦਾ ਤੇ ਤੁਸੀਂ ਆਪਣਾ ਫਰਜ਼ ਨਿਭਾਉਂਦੇ ਹੋ ਕਿ ਨਹੀਂ ਨਿਭਾਉਂਦੇ ਹੋ, ਕਿ ਸਿਰਫ ਗੱਲਾਂ ਹੀ ਕਰਦੇ ਹੋ। ਵਾਕਈ ਦੇਖੋ, ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਤੁਸੀਂ ਬੜੇ ਜਿਹਨੂੰ ਕਹਿੰਦੇ ਮੋਰਲ ਦੇ ਉੱਤੇ ਸੋਚਦੇ ਹੋ। ਮੋਰਲ ਦੇ ਉੱਤੇ ਸੋਚਣਾ ਚਲੋ ਬਹੁਤ ਚੰਗੀ ਗੱਲ ਹੈ, ਪਰ ਅਸੀਂ ਕੰਟੈਂਟ ਬੇਸ ਤੇ ਫੈਕਚੁਅਲ ਗੱਲ ਕਰ ਫੈਕਚੁਅਲ ਗੱਲ ਤਾਂ ਉਹੀ ਹੈ ਜੋ ਆਪਾਂ ਹਮੇਸ਼ਾ ਕੰਟਰੋਵਰਸ਼ੀਅਲ ਰਹੇਗੀ, ਫੈਕਚੁਅਲ ਗੱਲ। ਔਰ ਮੋਰਲ ਉਹੀ ਹੈ ਜਿਹਦੇ ਪਿੱਛੇ ਭਗਤ ਸਿੰਘ ਫਾਂਸੀ ਚੜੇ ਨੇ, ਮੋਰਲ ਤਾਂ ਉਹੀ ਹੈ। ਵਾਕਈ। ਚਲੋ ਅੱਗੇ ਵੱਧਦੇ ਹਾਂ ਇਸੇ ਕੜੀ ਦੇ ਵਿੱਚ, ਕਿਉਂਕਿ ਕੱਲ ਹਲੇ ਫੇਰੀ ਹੋਈ ਆ ਤੇ ਤੁਹਾਨੂੰ ਪਤਾ ਹੀ ਸੀਗਾ ਵੀ ਜਿਵੇਂ ਇੱਕ ਬੈਂਚ ਬਣਿਆ ਹੋਇਆ ਸੀਗਾ ਜਿਹਨੂੰ ਅਸੀਂ ਕਹਿ ਲਿਆ ਕਿ ਇਨਵੈਸਟੀਗੇਸ਼ਨ ਕਰ ਰਿਹਾ ਸੀਗਾ, ਉਹਦੀ ਜਾਂਚ ਆ ਗਈ ਹੈ ਔਰ ਉਹ ਕਹਿੰਦੇ ਜੀ ਕਿ ਫਿਰੋਜ਼ਪੁਰ ਦੇ ਐਸਐਸਪੀ ਜਿਹੜੇ ਸੀਗੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਪੂਰੇ ਘਟਨਾਕ੍ਰਮ ਦਾ। ਕਹਿੰਦੇ ਕਿ 2 ਘੰਟੇ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਔਰ ਉਹਨਾਂ ਦੇ ਕੋਲੇ ਪੂਰੀ ਪਾਵਰ ਵੀ ਸੀਗੀ ਔਰ ਉਹਨਾਂ ਨੇ ਜਿਹੜਾ ਹੈ ਲੋੜੀਂਦੀ ਕਾਰਵਾਈ ਨਹੀਂ ਕੀਤੀ। ਕਿਵੇਂ ਦੇਖਦੇ ਹੋ ਸੰਜੀਵ ਜੀ? ਦੇਖੋ ਹੁਣ ਇਨਵੈਸਟੀਗੇਸ਼ਨ ਹੁਣ ਉਹ ਇਨਵੈਸਟੀਗੇਸ਼ਨ ਉਹਨਾਂ ਦੇ ਉੱਤੇ ਹੋਈ, ਫਿਰੋਜ਼ਪੁਰ ਦੇ ਜਿਹੜੇ ਐਸਐਸਪੀ ਨੇ। ਹੁਣ ਉਹ ਟੀਮ ਆ, ਠੀਕ ਹੈ, ਉਹਨਾਂ ਨੇ ਕੁਝ ਕੁਐਸਚਨਸ ਪੁੱਛੇ, ਕੋਈ ਸਵਾਲ ਜਵਾਬ ਪੁੱਛੇ ਔਰ ਉਹ ਇਨਵੈਸਟੀਗੇਸ਼ਨ ਹੁਣ ਕਿਤੇ ਨਾ ਕਿਤੇ ਤਾਂ ਰਿਸਪੌਂਸਿਬਿਲਿਟੀ ਫਿਕਸ ਕਰਨੀ ਹੋਈ ਹੈ। ਇਟ ਕੈਨ ਬੀ ਰੋਂਗ, ਇਟ ਕੈਨ ਬੀ ਰਾਈਟ, ਬੋਥ ਵੇਜ਼। ਬਟ ਇਹ ਹੈ ਕਿ ਆਪਾਂ ਕਹਾਂਗੇ ਕਿ ਕੋਈ ਮਿਸ ਹੈਪਨਿੰਗ ਨਹੀਂ ਹੋਈ, ਜਿੱਦਾਂ ਸਭ ਨੂੰ ਇੱਕ ਖਤਰਾ ਪੈਦਾ ਹੋ ਗਿਆ ਸੀਗਾ ਕਿ ਕੋਈ ਮਿਸ ਹੈਪਨਿੰਗ ਨਾ ਹੋ ਜਾਏ, ਜਿੱਦਾਂ ਦਾ ਮਾਹੌਲ ਬਣਿਆ ਹੋਇਆ। ਉਧਰ ਕਿਸਾਨ ਅੰਦੋਲਨ ਚੱਲਦਾ ਪਿਆ ਸੀ, ਪ੍ਰੈਸ਼ਰ ਬਹੁਤ ਜ਼ਿਆਦਾ ਸੀ, ਲੋਕਾਂ ਦੇ ਦਿਲ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਸੀ ਇਸ ਚੀਜ਼ ਨੂੰ ਲੈ ਕੇ ਕਿ ਕਿਸਾਨਾਂ ਦਾ ਬੁਰਾ ਹਾਲ ਹੈ, ਸੈਂਟਰ ਗਵਰਨਮੈਂਟ ਕੋਈ ਧਿਆਨ ਨਹੀਂ ਦਿੰਦੀ, ਕੋਈ ਸਾਲ ਤੋਂ ਉੱਤੇ ਹੋ ਗਿਆ ਉੱਥੇ ਬੈਠਿਆਂ ਨੂੰ, ਇੰਨੀਆਂ ਡੈਥਸ ਹੋ ਚੁੱਕੀਆਂ ਨੇ। ਉਹ ਮਾਹੌਲ ਗਰਮ ਬਣਿਆ ਹੋਇਆ ਸੀਗਾ, ਪਰ ਉਸ ਨੂੰ ਦੇਖਦੇ ਹੋਏ ਸਭ ਕੁਝ ਵਿਦਿਨ ਕੰਟਰੋਲ ਰਿਹਾ। ਇਹ ਸਭ ਇੱਕ ਪੋਜ਼ਿਟਿਵ ਸਾਈਨ ਆਪਾਂ ਮੰਨਦੇ ਹਾਂ। ਦੂਜਾ, ਹੁਣ ਇਨਕੁਆਇਰੀ ਨੇ ਕਿਸੇ ਨਾ ਕਿਸੇ ਪਾਸੇ ਤੋਂ ਜਾਣਾ ਹੀ ਹੋਏਗਾ। ਹੁਣ ਐਸਐਸਪੀ ਠੀਕ ਹੈ, ਹੋ ਸਕਦਾ ਉਹ ਜ਼ਿੰਮੇਵਾਰ ਹੋਣ, ਹੋ ਸਕਦਾ ਕਿ ਇਹ ਵੀ ਹੋਏ ਕਿ ਇਨਕੁਆਇਰੀ ਨੂੰ ਕਿਸੇ ਪੁਆਇੰਟ ਤੇ ਤਾਂ ਪਹੁੰਚਾਉਣਾ ਹੀ ਹੈ ਨਾ, ਕਿਤੇ ਤਾਂ ਉਸ ਇਨਕੁਆਇਰੀ ਨੂੰ ਸਮੇਟਣਾ ਹੀ ਹੈ, ਤਾਂ ਉਹ ਸਮੇਟਣ ਦੀ ਵੀ ਗੱਲ ਹੋ ਸਕਦੀ ਹੈ। ਅੱਛਾ, ਜਸਟਿਸ ਇੰਦੂ ਵਰਮਾ ਜਿਹੜੇ ਸੀਜੀਆਈ ਰਿਟਾਇਰ ਸੀਜੀਆਈ ਨੇ, ਉਹਨਾਂ ਨੂੰ ਲੈ ਕੇ ਜਿਹੜਾ ਮਤਲਬ ਉਹਨਾਂ ਦੇ ਧਿਆਨ ਦੇ ਵਿੱਚ ਇਨਕੁਆਇਰੀ ਹੁੰਦੀ ਆ। ਇਨਕੁਆਇਰੀ ਤੋਂ ਥੋੜਾ ਪਿੱਛੇ ਚੱਲ ਜਾਂਦੇ ਆ। ਉਸ ਦਿਨ ਜਦੋਂ ਸਟੇਜ ਦੇ ਉੱਤੇ ਆਪਾਂ ਦੇਖਦੇ ਹਾਂ ਤੇ ਚੁਣਿੰਦਾ ਕੁ ਲੋਕ ਸੀਗੇ, ਸਟੇਜ ਦੇ ਉੱਤੇ ਵੀ ਚੁਣਿੰਦਾ ਕੁ ਲੋਕ ਸੀ, ਮੀਂਹ ਛਰ-ਛਰ ਵਰਨ ਡਿਆ ਸੀਗਾ ਔਰ ਮੌਸਮ ਬੜਾ ਖਰਾਬ ਸੀਗਾ 5 ਜਨਵਰੀ ਨੂੰ। ਇਹ ਉਦੋਂ ਵਾਪਰਦਾ ਹੈ ਜਦੋਂ ਕਿਸਾਨਾਂ, ਜਿਵੇਂ ਤੁਸੀਂ ਪਹਿਲਾਂ ਗੌਰ ਕੀਤੀ ਹੈ ਵੀ ਕਿਸਾਨੀ ਜਿਹੜਾ ਅੰਦੋਲਨ ਸੀ ਉਹ ਭਖਿਆ ਹੋਇਆ ਸੀਗਾ ਇਸ ਰੈਲੀ ਨੂੰ ਰੋਕਣ ਦੇ ਲਈ, ਕਿਉਂਕਿ ਇਹਨਾਂ ਦੇ ਵਰਕਰ ਜਿਹੜੇ ਉਹ ਇਕੱਲੇ ਫਿਰੋਜ਼ਪੁਰ ਦੇ ਵਾਲੇ ਵਰਕਰ ਹੀ ਨਹੀਂ ਸੀਗੇ, ਕੋਈ ਅੰਮ੍ਰਿਤਸਰ ਤੋਂ ਚੱਲਿਆ ਹੋਇਆ ਸੀ, ਕੋਈ ਪਟਿਆਲਾ ਤੋਂ, ਕੋਈ ਚੰਡੀਗੜ੍ਹ ਤੋਂ, ਕਿਤੋਂ ਚੱਲਿਆ ਹੋਇਆ ਸੀਗਾ। ਹੁਣ ਇਹਨਾਂ ਨੂੰ ਰੋਕਣ ਲਈ ਕਿਸਾਨਾਂ ਨੇ ਥਾਂ ਥਾਂ ਦੇ ਉੱਤੇ ਧਰਨੇ ਲਾਏ ਹੋਏ ਸੀਗੇ। ਧਰਨਿਆਂ ਦੇ ਕਾਰਨ ਜਿਹੜੇ ਇਹ ਲੋਕ ਸੀ ਜਿਹੜੇ ਰੈਲੀ 'ਚ ਪਹੁੰਚਣੇ ਸੀਗੇ, ਇਹ ਪਹੁੰਚੇ ਨਹੀਂ, ਜਦ ਕਿ ਉੱਥੇ ਅਰੇਂਜਮੈਂਟ ਬੜੇ ਕੀਤੇ ਹੋਏ ਸੀਗੇ ਔਰ ਸਟੇਜ ਜਿਹੜੀਆਂ ਕੁਰਸੀਆਂ ਸੀ ਪੰਡਾਲ ਦੀਆਂ, ਬਹੁਤੀਆਂ ਕੁਰਸੀਆਂ ਖਾਲੀ ਨਜ਼ਰ ਆਈਆਂ। ਹੁਣ 15-20 ਮਿੰਟ ਦੇਖਦੇ ਹੋ ਕਿ ਉਹ ਖਾਲੀ ਕੁਰਸੀਆਂ ਦੀ ਇੱਕ ਫੁਟੇਜ ਜਿਹੜੀ ਆ ਉਹ ਵੀ ਦੇਖੀਏ ਤੇ ਆਪਣੇ ਆਪ ਦੇ ਵਿੱਚ ਇਹ ਲੱਗਦਾ ਕਿ ਉਹ ਸ਼ਖਸ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਇੱਕ ਬਾਹੂਬਲੀ ਕਹਿ ਸਕਦੇ ਹਾਂ ਅਸੀਂ, ਪੋਲੀਟੀਕਲ ਬਾਹੂਬਲੀ ਹੈ ਜਿਹਨੂੰ ਕਹਿ ਸਕਦੇ ਕਿ ਬੜਾ ਜ਼ੋਰ ਹੈ ਉਹਨਾਂ ਦੇ ਵਿੱਚ, ਕਰੋੜਾਂ ਲੋਕਾਂ ਦੀ ਰੈਲੀ, 10,000 ਲੋਕਾਂ ਦਾ ਇਕੱਠ, ਲੱਖਾਂ ਲੋਕਾਂ ਦਾ ਇਕੱਠ ਜਿਹੜਾ ਉਹਨਾਂ ਦੇ ਲਈ ਸੰਬੋਧਨ ਉਹ ਕਰਦੇ। ਜੇ ਵਰਚੁਅਲ ਬੈਠਣ ਤੇ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਵਰਚੁਅਲ ਵੇਖਣ ਆ ਜਾਂਦੇ ਨੇ। ਇਹ ਉਸ ਸਮੇਂ ਉਹਨਾਂ ਦੀ ਡਿਸੀਜਨ ਦਾ ਕੁਝ ਤਾਂ ਇਹਨਾਂ ਨਾਲ ਵੀ ਮੇਲ ਖਾਂਦਾ ਹੋਊਗਾ, ਕਿਉਂਕਿ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣੀਆਂ, ਤਸਵੀਰਾਂ ਮੈਂ ਵੀ ਵੇਖੀਆਂ, ਤੇ ਖਾਲੀ ਹੋ ਗਿਆ ਪੰਡਾਲ ਤੇ ਦੂਸਰੇ ਬੰਨੇ ਇੱਕ ਢਿੱਕਾ। ਹੋ ਸਕਦਾ ਕਿ ਉਹਨਾਂ ਨੂੰ ਲੱਗਾ ਹੋਏਗਾ ਕਿ ਮੈਂ ਜਾ ਕੇ ਉੱਥੇ ਬੋਲਦਾ ਔਰ ਬਹੁਤ ਐਕਸਪੈਕਟੇਸ਼ਨ ਸੀ ਕਿ ਇੰਨਾ ਰਸ਼ ਹੋਏਗਾ, ਉਸ ਦੇ ਮੁਤਾਬਿਕ ਕੁਝ ਵੀ ਨਹੀਂ। ਔਰ ਇਹ ਵੀ ਹੋ ਸਕਦਾ ਕਿ ਜਦੋਂ PM ਸਾਹਿਬ ਸੰਬੋਧਿਤ ਕਰ ਰਹੇ ਨੇ ਰੈਲੀ ਨੂੰ, ਤੇ ਰੈਲੀ 'ਚ ਇਕੱਠ ਹੀ ਨਹੀਂ ਹੈਗਾ, ਕਿਉਂਕਿ ਉੱਥੇ ਆਪਣੇ ਜੋ ਸਾਬਕਾ CM ਨੇ ਕੈਪਟਨ ਸਾਹਿਬ ਉਹ ਵੀ ਉੱਥੇ ਨੇ, ਇਹ ਵੀ ਗੱਲ ਸਾਹਮਣੇ ਆਈ। ਸੋ ਇਹ ਵੀ ਇੱਕ ਰੀਜ਼ਨ ਹੋ ਸਕਦਾ। ਔਰ ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਜੋ SSP ਦੇ ਉੱਤੇ ਗੱਲ ਆ ਰਹੀ ਹੈ, ਕਿਉਂਕਿ ਬਹੁਤ ਸੈਂਸਿਟਿਵ ਮਾਹੌਲ ਬਣਿਆ ਹੋਇਆ ਹੈ। ਆਫਟਰ ਆਲ ਉਹ ਵੀ ਜ਼ਿੰਮੇਵਾਰ ਨੇ, ਕਿਉਂਕਿ SSP ਨੇ ਕਾਬਿਲ ਬੰਦਾ ਹੈ, ਤਾਂ ਹੀ ਤਾਂ ਉਸ ਪੋਸਟ ਦੇ ਉੱਤੇ ਹੈਗਾ। ਉਹਨਾਂ ਨੂੰ ਉਸ ਵਕਤ ਇਹ ਡਿਸੀਜਨ, ਕਿਉਂਕਿ ਸਾਰੀਆਂ ਪਾਵਰਸ ਉਹਨਾਂ ਕੋਲ ਨੇ, ਉਹਨਾਂ ਨੂੰ ਇਸ ਵਕਤ ਉਹ ਡਿਸੀਜਨ ਲੱਗਾ ਹੋਇਆ ਕਿ ਜੇ ਮੈਂ ਕੋਈ ਸਟੈਪ ਲੈਣਾ, ਹੋ ਸਕਦਾ ਉਹਨਾਂ ਦੀ ਟੈਨਸ਼ਨ ਜ਼ਿਆਦਾ ਵੱਧ ਜਾਏ, ਹੋ ਸਕਦਾ ਪਬਲਿਕ ਪ੍ਰਵੋਕ ਕਰੇ, ਕੁਝ ਵੀ ਹੋ ਸਕਦਾ। ਉਹਨਾਂ ਨੇ ਕਈ ਚੀਜ਼ਾਂ ਦੇ ਉੱਤੇ ਗੌਰ ਕਰਨ ਤੋਂ ਬਾਅਦ ਇੱਕ ਫੈਸਲਾ ਲਿੱਤਾ ਹੋਣਾ ਕਿ ਇਸ ਤਰ੍ਹਾਂ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ। ਪਰ ਜਿਹੜੀ ਕਮੇਟੀ ਬੈਠੀ ਹੈ ਉਸ ਨੂੰ ਚੈੱਕਅਪ ਕਰਨ ਵਾਸਤੇ, ਉਸ ਦੀ ਸਾਰੀ ਇਨਵੈਸਟੀਗੇਸ਼ਨ ਕਰਨ ਵਾਸਤੇ, ਉਹ ਇੱਕ ਸੋਚ ਦੇ ਨਾਲ ਚੱਲੀ ਹੋਈ ਕਿ ਇੱਦਾਂ ਹੋਣਾ ਚਾਹੀਦਾ ਸੀ, ਇੱਦਾਂ ਹੋਣਾ ਚਾਹੀਦਾ ਸੀ। ਲੇਕਿਨ ਕਮੇਟੀ ਦੇ ਬੰਦੇ ਉਸ ਵਕਤ ਉਹਨਾਂ SSP ਸਾਹਿਬ ਨਾਲ ਮੌਜੂਦ ਨਹੀਂ ਸੀਗੇ ਕਿ ਉਹ ਉਸ ਵਕਤ ਕਿਸ ਚੀਜ਼ ਨੂੰ ਫੇਸ ਕਰ ਰਹੇ ਸੀ, ਉਹਨਾਂ ਉੱਤੇ ਕਿੱਦਾਂ ਦੇ ਪ੍ਰੈਸ਼ਰ ਸੀਗੇ। ਉਹਨਾਂ ਨੂੰ ਹੋ ਸਕਦਾ ਉੱਤੋਂ ਵੀ ਪ੍ਰੈਸ਼ਰ ਆਇਆ ਹੋਵੇ, ਕੋਈ ਪੋਲੀਟੀਕਲ ਪ੍ਰੈਸ਼ਰ ਆਇਆ ਹੋਵੇ ਕਿ ਤੁਸੀਂ ਕੋਈ ਸਟੈਪ ਨਹੀਂ ਲੈਣਾ, ਨੋ ਐਕਟੀਵਿਟੀ, ਨੋ ਐਕਸ਼ਨ, ਉੱਤੋਂ ਇਹ ਵੀ ਹੋ ਸਕਦਾ ਹੈ। ਹੁਣ ਉਹ ਜਿਹੜੇ ਉੱਪਰੋਂ ਫੋਨ ਕਰਨਗੇ ਪੋਲੀਟੀਕਲ ਪ੍ਰੈਸ਼ਰ ਵਾਲੇ, ਉਹ ਤਾਂ ਸਾਈਡ ਲਾਈਨ ਹੋ ਜਾਣਗੇ, ਵਿੱਚੋਂ ਨਿਕਲ ਜਾਣਗੇ, ਕਿਉਂਕਿ ਉਹਨਾਂ ਦੀ ਆਪਣੀ ਪੋਲੀਟੀਕਲ ਗੇਮ ਹੈ। ਤੇ ਗਾਜ ਕਿਹਦੇ ਉੱਤੇ ਗਿਰੇਗੀ?
ਕਿਸੇ ਨਾ ਕਿਸੇ ਦੇ ਉੱਤੇ ਤਾਂ ਗਾਜ ਗਿਰਨੀ ਹੋਈ ਹੈ, ਤਾਂ ਕਿਉਂ ਨਾ ਫਿਰ ਐਸਐਸਪੀ। ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਵੀ ਉਸ ਇਨਕੁਆਇਰੀ ਨੂੰ ਕਿਸੇ ਨਾ ਕਿਸੇ ਪੁਆਇੰਟ ਤੇ ਤਾਂ ਪਹੁੰਚਾਉਣਾ ਹੀ ਹੈ ਨਾ। ਹੁਣ ਉਹ ਵੀ ਇੱਕ ਚੀਜ਼ ਹੋ ਸਕਦੀ, ਕਿਉਂਕਿ ਇੱਕ ਬਹੁਤ ਵੱਡਾ ਮਾਮਲਾ ਹੈ, ਪੀਐਮ ਸਾਹਿਬ ਦੀ ਸਿਕਿਉਰਿਟੀ ਬ੍ਰੀਚ ਹੋਈ ਹੈ, ਉਹ ਮਾਮਲਾ ਹੈ। ਸੋ ਇਹ ਬੋਥ ਰੀਜ਼ਨਸ ਆਰ ਦੇਅਰ। ਔਰ ਇਹ ਵੀ ਹੋ ਸਕਦਾ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਕੱਠ ਨਹੀਂ ਹੈ, ਇਸ ਕਰਕੇ ਉਹਨਾਂ ਨੇ ਸੰਬੋਧਿਤ ਕਰਨਾ ਠੀਕ ਨਹੀਂ ਸਮਝਿਆ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਚੰਗੀ ਜਿਹੀ ਗੱਲ ਨਹੀਂ ਲੱਗਦੀ ਕਿ ਪੀਐਮ ਸਾਹਿਬ ਨੂੰ ਸੁਣਨ ਵਾਸਤੇ ਕੋਈ ਵੀ ਨਹੀਂ ਹੈਗਾ ਉੱਥੇ, ਰਾਈਟ। ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ। ਦੂਜਾ, ਮਾਹੌਲ ਸੈਂਸਿਟਿਵ ਬਣਿਆ ਹੋਇਆ ਹੈ, ਕੁਝ ਇੱਦਾਂ ਦੇ ਰੀਜ਼ਨਸ ਨੇ ਜਿਸ ਕਰਕੇ ਐਸਐਸਪੀ ਉਸ ਵਕਤ ਉਹ ਸਭ ਐਕਸ਼ਨਸ ਨਹੀਂ ਲਿੱਤੇ, ਕਿਉਂਕਿ ਉਹਨਾਂ ਨੂੰ ਲੱਗਾ ਕਿ ਸੈਂਸਿਟਿਵ ਆ, ਕਿਤੇ ਕੁਝ ਹੋਰ ਨਾ ਰਿਜ਼ਲਟਸ ਹੋ ਜਾਣ, ਔਰ ਇਸ ਕਰਕੇ ਉਹ ਵੀ ਥੋੜਾ ਐਕਸ਼ਨ ਤੋਂ ਦੂਰ ਰਹੇ। ਉਹ ਵੀ ਕੋਈ ਰੀਜ਼ਨਸ ਹੋ ਸਕਦੇ ਨੇ। ਬਟ ਇਹ ਆ ਕਿ ਹੁਣ ਜੋ ਮਾਮਲਾ ਸਾਰਾ ਸਾਹਮਣੇ ਆਇਆ ਹੈ ਔਰ ਉਹਨਾਂ ਦੇ ਉੱਤੇ ਸਾਰੀ ਗਾਜ ਗਿਰੀ ਹੈ ਕਿ ਉਹ ਰਿਸਪੌਂਸੀਬਲ ਨੇ, ਹੁਣ ਅੱਗੇ ਕੇਸ ਚੱਲੂਗਾ ਔਰ ਉਹ ਆਪਣੀ ਸਫਾਈ ਦੇਣਗੇ, ਫਿਰ ਅੱਗੇ ਜਾ ਕੇ ਇਨਕੁਆਇਰੀਜ਼ ਦਾ ਕੀ ਨਤੀਜਾ ਨਿਕਲਣਾ, ਕੀ ਡਿਵੈਲਪਮੈਂਟਸ ਨੇ, ਉਹ ਤਾਂ ਅੱਗੇ ਜਾ ਕੇ ਨਿਕਲਣਗੇ, ਕਿਉਂਕਿ ਉਹ ਵੀ ਆਪਣੇ ਹੱਕ ਦੇ ਵਿੱਚ ਗਵਾਹ ਲੈ ਕੇ ਆਉਣਗੇ ਕਿ ਇਹ ਪ੍ਰੈਸ਼ਰ ਸੀਗੇ ਉੱਥੇ, ਆ ਸੈਂਸਿਟਿਵ ਏਰੀਆ ਸੀਗਾ, ਸਾਨੂੰ ਇਹ ਰਿਪੋਰਟ ਮਿਲੀ ਸੀ, ਇਸ ਥਾਂ ਦੇ ਉੱਤੇ ਕਿਸਾਨ ਮੌਜੂਦ ਸੀ, ਕਿਉਂਕਿ ਪੂਰਾ ਮੈਪ ਕੀ ਸੀਗਾ, ਹੈ ਨਾ, ਰੋਡ ਦੇ ਉੱਤੇ ਕਿੱਥੇ ਕਿੱਥੇ ਕੀ ਕਿਹੜੇ ਕਿਹੜੇ ਏਰੀਆ ਜ਼ਿਆਦਾ ਸੈਂਸਿਟਿਵ ਸੀਗੇ ਜੀ। ਹਰ ਚੀਜ਼ ਦੇ ਉੱਤੇ ਇਨਵੈਸਟੀਗੇਸ਼ਨ ਹੋਏਗੀ, ਕਿਉਂਕਿ ਹਜੇ ਤੱਕ ਕੇਸ ਤੁਰਿਆ ਹੈ। ਹਜੇ ਤਾਂ ਉਹਨਾਂ ਨੂੰ ਚਾਰਜ ਸ਼ੀਟ, ਜੇ ਤੁਸੀਂ ਕਹੋ ਤਾਂ ਉਹਨਾਂ ਨੂੰ ਰਿਸਪੌਂਸਿਬਿਲਿਟੀ ਦਿੱਤੀ ਗਈ ਤਾਂ ਚਾਰਜ ਸ਼ੀਟ ਹੋਏ ਨੇ, ਹੁਣ ਉਹਦਾ ਨਤੀਜਾ ਕੀ ਨਿਕਲਣਾ, ਉਸ ਤੋਂ ਬਾਅਦ ਫਿਰ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹੋਣਾ, ਕੋਈ ਡਿਪਾਰਟਮੈਂਟਲ ਇਨਕੁਆਇਰੀ ਹੋਣੀ, ਇਟ ਡਿਪੈਂਡਸ। ਇਹ ਤਾਂ ਡਿਵੈਲਪਮੈਂਟਸ ਨੇ ਜੀ, ਇਹ ਤਾਂ ਫਰਦਰ ਦੇਖਣ ਵਾਲੀ ਗੱਲ ਹੈ। ਸੋ ਅੱਗੇ ਚੱਲੀਏ। ਕੋਟਕਪੂਰਾ ਗੋਲੀकांड, ਜਦੋਂ ਆਪਾਂ ਬੇਅਦਬੀ ਮਾਮਲਿਆਂ ਦੀ ਗੱਲ ਕਰਦੇ ਹਾਂ ਤਾਂ ਉਹਦਾ ਜੋ ਆਊਟਕਮ ਹੈ, ਉਹਦਾ ਜੋ ਸਿੱਟਾ ਹੈ, ਲੋਕ ਪ੍ਰਵੋਕ ਹੁੰਦੇ ਨੇ, ਤਾਂ ਉਸ ਤੋਂ ਬਾਅਦ ਇਹ ਗੋਲੀकांड, ਉਹਦੇ ਵਿੱਚ ਜੋ ਸੁਖਬੀਰ ਬਾਦਲ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਪੁਲਿਸ ਹੈੱਡਕੁਆਰਟਰਸ ਮੋਹਾਲੀ ਦੇ ਵਿੱਚ। ਹੁਣ ਇਹ ਕੇਸ ਅੱਗੇ ਵੱਧਦਾ ਪਿਆ। ਅੱਛਾ, ਮੈਨੂੰ ਲੱਗਦਾ ਜੁਮਾ ਉਹ ਹਜੇ ਪਹੁੰਚੇ ਆ ਕਿ ਨਹੀਂ ਪਹੁੰਚੇ। ਦੁਬਈ ਸੀਗੇ ਉਹ, ਦੁਬਈ ਵੀ ਕਹਿੰਦੇ ਕੋਈ ਬਿਜ਼ਨਸ ਐਕਸਟੈਂਸ਼ਨ ਉਸ ਕਰਕੇ ਗਏ ਹੋਏ ਸੀਗੇ ਸੁਖਬੀਰ ਬਾਦਲ ਸਾਹਿਬ। ਸੁਖਬੀਰ ਬਾਦਲ ਸਾਹਿਬ ਹੁਣ ਲਗਾਤਾਰ ਪੋਲੀਟੀਕਲੀ ਬੜੇ ਐਕਟਿਵਸ ਹੋ ਗਏ ਸੀ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਰਿਵਾਈਵ ਕਰਨ ਦਾ ਮੌਕਾ ਹੈ ਜੀ, ਹੈ ਨਾ, ਕਿਉਂਕਿ 2 ਲਗਾਤਾਰ ਹਾਰਾਂ ਮਿਲਣੀਆਂ ਆਪਣੇ ਆਪ ਦੇ ਵਿੱਚ ਤੁਹਾਨੂੰ ਇੱਕ ਪੋਲੀਟੀਕਲ ਮੇਨ ਸਟ੍ਰੀਮ ਪੋਲੀਟੀਕਲ ਜਿਹੜੀ ਇੱਕ ਜਗ੍ਹਾ ਆ ਉਹ ਤੋਂ ਪਿਛਾਂਹ ਸਿੱਟ ਦਿੰਦਾ। ਇਸ ਕਰਕੇ ਉਹਨਾਂ ਨੇ ਜੂੰਦਾ ਕਮੇਟੀ ਵੀ ਬਣਾਈ, ਆਪ ਵੀ ਲੋਕਾਂ ਨੂੰ ਜਾਣਦੇ ਰਹੇ, ਪਰ ਹਲੇ ਚਲੋ ਕਹਿੰਦੇ ਵੀ ਹਲੇ ਬਹੁਤ ਸਮਾਂ ਆ, ਸ਼ਾਇਦ ਹੁਣ ਇਨ ਬਿਟਵੀਨ ਸਭ ਕੁਝ ਸੈੱਟ ਹੋ ਗਿਆ, ਔਰ ਲਗਾਤਾਰ ਉਹ ਕੋਈ ਨਾ ਕੋਈ ਪੋਲੀਟੀਕਲ ਗਤੀਵਿਧੀਆਂ ਕਰਦੇ ਰਹਿੰਦੇ ਆ ਤਾਂ ਜੋ ਉਹ ਲਾਈਮਲਾਈਟ ਮੀਡੀਆ ਦੇ ਵਿੱਚ ਬਰਕਰਾਰ ਰਹਿਣ ਜੀ। ਹੁਣ ਤੁਸੀਂ ਕਹਿੰਦੇ ਹੋ ਵੀ ਤਲਬ ਕਰ ਲਿਆ, ਦੇਖੋ ਬਹੁਤ ਵੱਡੀ ਗੱਲ ਹੈ। ਜੇ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਤਾਂ ਬੇਅਦਬੀ ਮਾਮਲੇ ਦੇ ਵਿੱਚ ਅਸੀਂ ਦੇਖਿਆ ਸੀ ਕਿ ਬੜੀ ਛੇਤੀ ਜਦੋਂ ਨਿਪਟਾਉਣ ਤੇ ਆਏ ਤਾਂ ਬੜੀ ਛੇਤੀ ਨਿਪਟਾ ਲਿਆ, ਹੈ ਨਾ। ਫਿਰ ਹੁਣ ਕੋਟਕਪੂਰਾ ਕਾਂਡ ਤੇ ਆ ਕੇ ਗੱਲ ਫਸ ਜਾਂਦੀ, ਕਿਉਂਕਿ ਉਸ ਸਮੇਂ ਇਹ ਜਿਹੜੇ ਸੀਗੇ ਸੱਤਾ ਦੇ ਵਿੱਚ ਮੇਨ ਧੁਰੇ ਦੇ ਵਿੱਚ ਸੀਗੇ, ਬਿਲਕੁਲ ਇਹਦੇ 'ਚ ਗੋਲੀ ਚੱਲਦੀ ਆ ਤੇ ਗੋਲੀ ਐਡੀ ਵੱਡੀ ਫੋਰਸ ਆ, ਸਿੱਖ ਧਰਮ ਦੇ ਲੋਕ ਆਗੂ ਬੈਠੇ ਹੋਏ ਨੇ ਉੱਥੇ, ਉਹ ਇੱਕ ਰੌਂ ਦੇ ਵਿੱਚ ਨੇ, ਉਹਨਾਂ ਨੂੰ ਲੱਗਦਾ ਰੋਸ ਕਰ ਰਹੇ ਨੇ ਕਿਉਂਕਿ ਬੇਅਦਬੀ ਹੋਈ ਸੀਗੀ, ਔਰ ਬੇਅਦਬੀ ਬਹੁਤ ਵੱਡੀ ਘਟਨਾ ਸੀਗੀ। ਕਿਸੇ ਦੇ ਕਹਿਣ ਤੋਂ ਬਿਨਾਂ ਗੋਲੀ ਨਹੀਂ ਚੱਲ ਸਕਦੀ, ਕਿਉਂਕਿ ਹਰ ਕਿਸੇ ਨੂੰ ਆਪਣੀ ਨੌਕਰੀ ਪਿਆਰੀ ਹੈ। ਜਿਹੜਾ ਉੱਥੇ ਜੇ ਕਿਸੇ ਵੀ ਫੌਜ 'ਚ ਕਹਿ ਲਈਏ ਮੌਜੂਦ ਹੈ, ਕਿਉਂਕਿ ਉਹਨਾਂ ਨੂੰ ਗਿਣ ਕੇ ਰੌਂਦ ਮਿਲਦੇ ਆ ਤੇ ਗਿਣ ਕੇ ਕਹਿੰਦੇ ਤੁਹਾਨੂੰ ਚਲਾਉਣੇ ਪੈਂਦੇ, ਔਰ ਗਿਣ ਕੇ ਤੁਸੀਂ ਉਹਨਾਂ ਰੌਂਦ ਦੀ ਜਿਹੜੀ ਹੈ ਉਹ ਤੁਸੀਂ ਦੇਣੀ ਹੁੰਦੀ ਆ ਵੀ ਤੁਸੀਂ ਜਸਟੀਫਿਕੇਸ਼ਨ ਤੁਸੀਂ ਇੱਥੇ ਚਲਾਏ ਆ। ਹੁਣ ਹਰ ਕਿਸੇ ਨੇ ਜਸਟੀਫਿਕੇਸ਼ਨ ਦੇਣੀ ਹੈ ਜੀ, ਐਵੇਂ ਨਹੀਂ ਕੋਈ ਚਲਾਊਗਾ, ਕਿਸੇ ਦਾ ਪਿੱਛੋਂ ਤੁਹਾਨੂੰ ਆਇਆ ਹੋਊਗਾ। ਫਿਰ ਇੱਥੇ 2 ਹੀ ਨਾਂ ਆਉਂਦੇ ਸੀਗੇ, ਕਿਉਂਕਿ ਹੋਮ ਮਿਨਿਸਟਰੀ ਉਸ ਸਮੇਂ ਸੁਖਬੀਰ ਬਾਦਲ ਹੋਣਾ ਕੋਲੇ ਸੀਗੀ, ਫਿਰ ਉਸ ਤੋਂ ਬਾਅਦ ਥੱਲੇ ਡੀਜੀਪੀ ਪੰਜਾਬ ਸੁਮੇਧ ਸੈਣੀ ਸਾਹਿਬ ਆਉਂਦੇ ਨੇ। ਹੁਣ ਜਾਂਚ ਦੇ ਘੇਰਿਆਂ 'ਚ ਤੇ ਵੇ ਆ, ਪਰ ਹਲੇ ਤੱਕ ਜ਼ਿੰਮੇਵਾਰੀ ਨਹੀਂ। ਉਹ ਕਹਿੰਦੇ ਜੀ ਅਸੀਂ ਕੁਛ ਨਹੀਂ ਕੀਤਾ, ਜੇ ਤੁਸੀਂ ਨਹੀਂ ਕੁਛ ਕੀਤਾ ਤਾਂ ਫਿਰ ਹੋ ਕਿੱਦਾਂ ਗਿਆ? ਗੋਲੀ ਕਿਸੇ ਨੇ ਤਾਂ ਚਲਾਈ ਹੈ, ਕਿਸੇ ਨੇ ਤਾਂ ਆਰਡਰਸ ਦਿੱਤੇ ਨੇ। ਪਤਾ ਨਹੀਂ ਖੈਰਾ ਸਾਹਿਬ, ਜਦੋਂ ਵੀ ਨਾ ਕੋਈ ਇੱਦਾਂ ਦਾ ਮੈਂ ਕਾਂਡ ਸੁਣਦਾ, ਗੋਲੀ ਚੱਲੀ ਭਾਰਤ ਦੇ ਵਿੱਚ, ਆਜ਼ਾਦ ਭਾਰਤ ਦੇ ਵਿੱਚ ਕਿਤੇ ਵੀ, ਚਾਹੇ ਹਿਸਟਰੀ 'ਚ ਵੀ ਮੈਂ ਦੇਖਦਾ ਕਿਤੇ ਵੀ ਗੋਲੀ ਚੱਲੀ, ਉਹ ਮੈਨੂੰ ਜ਼ਿਲ੍ਹਿਆਂਵਾਲਾ ਬਾਗ ਯਾਦ ਆ ਜਾਂਦਾ ਕਿ ਯਾਰ ਅੱਜ ਵੀ ਉਹੀ ਹਾਲਾਤ ਨੇ, ਅੱਜ ਵੀ ਗੋਲੀਆਂ ਚੱਲਦੀਆਂ ਨੇ। ਦਰਅਸਲ ਸਿੱਖਿਆ, ਮੈਂ ਪਹਿਲਾਂ ਵੀ ਕਿਹਾ ਨਾ ਵੀ ਸਿੱਖਿਆ ਸਿਖਾਏ ਤਾਂ ਅਸੀਂ ਉਸ ਜ਼ਮਾਨੇ ਦੇ ਹੀ ਹਾਂ, ਬ੍ਰਿਟਿਸ਼ ਵਾਲੇ ਦੇ ਹੀ ਹਾਂ। ਕਿਉਂਕਿ ਜਦੋਂ ਇੱਥੇ ਪੰਜਾਬ ਦੀ ਸੱਤਾ ਵਾਲਿਆਂ ਦਾ ਨਾਮ ਲੈ ਲਓ ਤੇ ਕੋਈ ਕਹਿੰਦਾ ਜੀ ਫਲਾਣੇ ਦਾ ਤਾਇਆ ਚਾਚਾ ਜਿਹੜਾ ਸੀ, ਫਲਾਣੇ ਦਾ ਦਾਦਾ ਜਿਹੜਾ ਸੀ ਜਨਰਲ ਡਵਾਇਰ ਦੇ ਨਾਲ ਮਿਲਿਆ ਸੀਗਾ, ਫਲਾਣੇ ਦਾ ਫਲਾਣਾ ਨੌਕਰੀ ਕਰਦਾ ਸੀਗਾ, ਫਲਾਣੇ ਦਾ ਫਲਾਣਾ। ਇਹਨਾਂ ਨੇ ਸਿੱਖਿਆ ਸਿਖਾਇਆ ਉੱਥੋਂ, ਚੋਟੀ ਦੇ ਭਾਰਤ ਦੇ ਚੋਟੀ ਦੇ ਲੀਡਰ ਜਿਹੜੇ ਨੇ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ, ਉੱਥੋਂ ਹੀ ਸਿੱਖ ਕੇ ਆਏ ਨੇ। ਬਿਲਕੁਲ ਸਹੀ, ਉਹ ਸਿਸਟਮ ਵੀ ਉਹੀ ਚੱਲਦਾ ਆ ਰਿਹਾ। ਔਰ ਫਿਰ ਤੁਸੀਂ ਦੱਸੋ ਕਿ ਉਹ ਸਿੱਖਿਆ ਹੁੰਦਾ, ਫਿਰ ਅੱਗੇ ਤੋਂ ਅੱਗੇ ਪੀੜ੍ਹੀ ਤੋਂ ਪੀੜ੍ਹੀ ਜਿੱਦਾਂ ਜਨਰੇਸ਼ਨ ਵਾਈਜ਼ ਮਾਈਂਡਸੈਟ ਹੋ ਜਾਂਦਾ। ਕਿਉਂਕਿ ਸਾਡੇ ਕੋਲ ਇਹ ਵੀ ਐਗਜ਼ਾਮਪਲਸ ਮਿਲਦੀਆਂ ਨੇ ਕਿ ਜਨਰਲ ਡਾਇਰ ਗੋਲੀ ਚਲਾਉਣ ਤੋਂ ਬਾਅਦ ਫਲਾਣੇ ਬੰਦੇ ਦੇ ਘਰ ਜਾ ਕੇ ਉਹਨਾਂ ਨੇ ਰੋਟੀ ਖਾਧੀ ਸੀ ਤੇ ਉਹ ਪੰਜਾਬੀ ਸੀਗਾ, ਸਰੋਪਾ ਦਿੱਤਾ ਉਹਨੂੰ, ਸ਼ਾਬਾਸ਼ ਦਿੱਤੀ, ਹੈ ਨਾ। ਸੋ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਸਿਸਟਮ ਤਾਂ ਉਹੀ ਆ, ਮਾਈਂਡਸੈਟ ਤਾਂ ਉਹੀ ਹੈ, ਔਰ ਤੁਸੀਂ ਕਿਤੇ ਨਾ ਕਿਤੇ ਦੇਖੋ ਸਲੂਕ ਵੀ ਉੱਦਾਂ ਦਾ ਹੀ ਹੈ। ਜਿਹੜੇ ਉੱਤੇ ਬੈਠੇ ਨੇ ਨਾ ਅਥਾਰਟੀਜ਼ ਦੇ ਉੱਤੇ, ਉਹ ਲੋਕਾਂ ਦੇ ਨਾਲ ਸਲੂਕ ਵੀ ਉੱਦਾਂ ਹੀ ਕਰਦੇ ਨੇ।
ਉਹੀ ਮਾਈਂਡਸੈਟ ਹੈ। ਤੁਸੀਂ ਕਦੀ ਵਾਰ ਦੇਖੋ, ਖੈਰ ਇਸ ਗੱਲ ਨੂੰ ਤਾਂ ਆਪਾਂ ਡਿਸਕਸ ਕਰ ਹੀ ਰਹੇ ਹਾਂ, ਇੱਕ ਜਰਨਲ ਗੱਲ ਕਰਦਾ, ਆਮ ਬੰਦਾ ਖੜਾ ਹੋਵੇ, ਆਮ ਪਬਲਿਕ ਖੜੀ ਹੋਵੇ, ਪਿੱਛੇ ਹੋ ਜਾਓ, ਸਾਹਿਬ ਆ ਗਏ, ਸਾਹਿਬ ਆ ਗਏ, ਕੀ ਹੋ ਗਿਆ? ਅੰਗਰੇਜ਼ ਆਇਆ, ਸਾਡੇ ਭਾਰਤ ਦੇ ਲੋਕ ਨੇ, ਸਾਡੇ ਵਿੱਚੋਂ ਹੀ ਨੇ, ਅਸੀਂ ਉਹ ਚੁਣ ਕੇ ਬਿਠਾਏ ਨੇ, ਔਰ ਅਸੀਂ ਟੈਕਸ ਮਨੀ ਦਿੰਦੇ ਹਾਂ, ਉੱਥੋਂ ਹੀ ਤਨਖਾਹ ਮਿਲਦੀ ਹੈ, ਸਾਡੇ ਆਪਣੇ ਬੰਦੇ ਨੇ, ਇਹ ਧੱਕੇ ਕਿਉਂ ਮਾਰਦੇ ਪਏ ਹੋ ਸਾਨੂੰ? ਸਾਹਿਬ ਆ ਗਏ, ਸਾਹਿਬ ਆ ਗਏ, ਔਰ ਸਾਹਿਬ ਵੀ ਅੱਗੋਂ ਕੁਝ ਨਹੀਂ ਕਹਿ ਰਿਹਾ। ਜੇ ਸਾਹਿਬ ਨੂੰ ਕਹੋ ਮੈਨੂੰ ਪਤਾ ਨਹੀਂ ਲੱਗਾ, ਮੇਰੇ ਸਿਕਿਉਰਿਟੀ ਵਾਲਿਆਂ ਨੇ ਕੀ ਕੀਤਾ ਮੈਨੂੰ ਪਤਾ ਨਹੀਂ ਲੱਗਾ, ਮੇਰੇ ਮੁਲਾਜ਼ਮਾਂ ਨੇ ਕੀ ਕੀਤਾ ਮੈਨੂੰ ਪਤਾ ਨਹੀਂ ਲੱਗਾ, ਮੈਂ ਮਾਫੀ ਮੰਗਦਾ, ਦੈਟਸ ਆਲ। ਔਰ ਇਹੀ ਚੱਲਦਾ ਪਿਆ। ਔਰ ਕਿਤੇ ਨਾ ਕਿਤੇ ਜਿਹੜੀ ਇਹ ਮੈਂਟੈਲਿਟੀ ਹੈ ਨਾ, ਇਹ ਗੋਲੀ ਕਾਂਡ ਦੇ ਪਿੱਛੇ ਵੀ ਇਦਾਂ ਦੀ ਮੈਂਟੈਲਿਟੀ ਆ। ਠੋਕ ਦਿਓ, ਇਹ ਇਸੇ ਲਾਇਕ ਨੇ ਜੇ ਵਾਕਈ ਕਿਸੇ ਨੇ ਆਰਡਰਸ ਦਿੱਤੇ ਨੇ। ਆਰਡਰਸ ਤਾਂ ਹੋਈ ਹੋਣਗੇ, ਇਹ ਤਾਂ ਹੈ ਨਹੀਂ ਕਿ ਕਿਸੇ ਨੇ ਆਪਣੇ ਆਪ ਗੋਲੀ ਚਲਾ ਦਿੱਤੀ। ਵਾਕਿਆ ਠੀਕ ਹੈ ਨਾ, ਇਹਨਾਂ ਨੂੰ ਸਬਕ ਸਿਖਾ, ਜਿਵੇਂ ਜਨਰਲ ਡਾਇਰ ਕਹਿੰਦਾ ਸੀ ਮੈਂ ਸਬਕ ਸਿਖਾਉਣਾ ਚਾਹੁੰਦਾ ਸੀ ਉਹਨਾਂ ਨੂੰ, ਤੇ ਇਹ ਵੀ ਸਬਕ ਸਿਖਾਉਣ ਵਾਲੀ ਕੋਈ ਘਟਨਾ ਹੋਵੇ ਤੇ ਸਬਕ ਸਿਖਾਉਣ ਵੇਲੇ, ਇਹ ਲੈਸਨ ਦੇਣ ਵੇਲੇ ਗੋਲੀ ਚਲਾਉਣ ਦਾ ਆਰਡਰਸ ਹੋ ਗਏ। ਕੁਝ ਵੀ ਹੋ ਸਕਦਾ, ਪਰ ਇਹ ਹੁਣ ਆਏਗਾ ਇਸ ਇਨਕੁਆਇਰੀ ਦੇ ਵਿੱਚ ਕਿ ਤਲਬ ਹੋਏ ਨੇ, ਦੇਖੋ ਅੱਗੇ ਗਵਾਹੀਆਂ ਕੀ ਹੁੰਦੀਆਂ ਨੇ, ਅੱਗੇ ਕੀ ਲੰਮੇ ਚੌੜੇ ਕੰਮ ਆ ਜੀ। ਕਹਿੰਦੇ ਆਮ ਬੰਦਾ ਤਾਂ ਨਹੀਂ ਹੋਏ, ਕਹਿੰਦੇ ਜਦੋਂ ਅੱਜ ਕੱਲ੍ਹ ਤੇ ਟ੍ਰੈਂਡ ਹੋ ਗਿਆ ਜਿੱਦਾਂ ਦੇ 4-5 ਕੇਸ ਆ ਜੀ, ਉਹ VIP ਆ, ਹੈ ਨਾ। ਗੱਲ ਇਹ ਹੈ ਕਿ ਇਸ ਵਕਤ ਨਿਊਜ਼ ਹੈਡਲਾਈਨਸ ਨੇ, ਹੋ ਸਕਦਾ ਇਹ 10 ਦਿਨ 20 ਦਿਨ 1 ਮਹੀਨਾ ਇਹ ਵੀ ਹੈਡਲਾਈਨਸ ਰਹਿਣ ਕਿ ਸੁਖਬੀਰ ਬਾਦਲ ਉੱਥੇ ਗਏ, ਉੱਥੇ ਕੀ ਗੱਲਬਾਤ ਹੋਈ, ਇਹ ਸਭ ਹੈਡਲਾਈਨਸ ਰਹਿਣ, ਪਰ ਵਿੱਚੋਂ ਕੀ ਨਿਕਲੂਗਾ ਗੱਲ ਉੱਥੇ ਹੈ, ਕਿਹਦੇ ਸਿਰ ਜ਼ਿੰਮੇਵਾਰੀ ਪਾਈ ਜਾਏਗੀ, ਗੱਲ ਕੀ ਨਿਕਲੂਗੀ, ਕਿਹੜੇ ਪਾਸੇ ਕੇਸ ਮੁੜੂਗਾ। ਪਰ ਇਹ ਗੱਲ ਬਿਲਕੁਲ ਦਰੁਸਤ ਹੈ, ਜਿਹੜਾ ਮਾਈਂਡਸੈਟ ਠੀਕ ਹੋਣਾ ਚਾਹੀਦਾ। ਜਿਹੜਾ ਇਹ ਸਾਡੀ ਅੰਗਰੇਜ਼ਾਂ ਵਾਲੀ ਸੋਚ ਹੈ ਨਾ, ਸਬਕ ਸਿਖਾਉਣਾ, ਲਾਠੀ ਚਾਰਜ ਕਰਨਾ, ਗੋਲੀ ਚਲਾਉਣਾ, ਇਹ ਅੰਗਰੇਜ਼ਾਂ ਵਾਲਾ ਸਿਸਟਮ, ਇਹ ਮਾਈਂਡਸੈਟ ਬਦਲਣਾ ਚਾਹੀਦਾ। ਵਾਕਈ ਉਹ ਗੱਲ ਤੁਹਾਡੀ ਤਾਂ ਦਰੁਸਤ ਆ ਵੀ ਸਾਹਿਬ ਆ ਗਿਆ ਤਾਂ ਸੱਚੀ ਗੱਲ ਆ, ਸਾਹਿਬ ਆ ਗਿਆ, ਸਾਹਿਬ ਆ ਗਿਆ ਜੀ, ਪਾਸੇ ਹਟ ਜਾਓ, ਚਾਰ ਹਟ ਜਾਓ, ਚੌਧਰੀ ਅੱਗੇ ਹੋ ਜਾਂਦੇ ਆ। ਪਤਾ ਨਹੀਂ ਕਿਹੜੇ ਸਿਸਟਮ 'ਚ ਰਹਿੰਦੇ, ਪਤਾ ਨਹੀਂ ਕਿਹੜਾ ਸਿਸਟਮ। ਇੱਕ ਤਾਂ ਜਿਹੜੇ ਆਫੀਸ਼ੀਅਲ ਹੁੰਦੇ ਨੇ, ਬਾਕੀ ਜਿਹੜੇ ਕੜਮ ਚੌਧਰੀ ਨਾਲ ਹੁੰਦੇ ਨੇ, ਉਹ ਚਿੱਟੇ ਕੱਪੜਿਆਂ ਵਾਲੇ, ਜਿਹੜੇ ਚਮਚੇ ਹੁੰਦੇ ਨੇ ਇਹਨਾਂ ਦੇ, ਉਹਨਾਂ ਦਾ ਸੋਰਸ ਆਫ ਇਨਕਮ ਕੀ ਹੈ? ਡਾਰ ਇਦਾਂ ਲੱਗਦਾ ਜਿਵੇਂ ਬੰਗਲਿਆਂ ਦੀ ਡਾਰ ਜਾਂਦੀ ਆ। ਦੇਖੋ ਮੈਨੂੰ ਇਹ ਨਹੀਂ ਸਮਝ ਆਉਂਦੀ ਉਹਨਾਂ ਦਾ ਸੋਰਸ ਆਫ ਇਨਕਮ ਕਿੱਥੋਂ ਹੈ। ਆਫਟਰ ਆਲ ਉਹਨਾਂ ਦੀ ਫੈਮਿਲੀ ਆ, ਉਹ ਗੁਜ਼ਾਰਾ ਕਿੱਥੋਂ ਕਰਦੇ ਨੇ ਉਹਨਾਂ ਦੇ ਘਰ? ਔਰ ਛੁੱਟੇ ਕੁੜਤੇ ਪਜਾਮੇ ਬਿਨਾਂ ਤੁਸੀਂ ਕੀ ਦੇਖ ਲਓ ਕਿ ਕਿਸੇ ਮਾੜੀ ਜੀ ਸੜੀ ਨਹੀਂ ਹੁੰਦੀ ਉਹਨਾਂ ਦੇ ਉੱਤੇ, ਵੀ ਇੱਦਾਂ ਲੱਗਦਾ ਵੀ ਬੜੇ ਪ੍ਰੈਸ ਕਰਾ ਕੇ ਉਹਨਾਂ ਨੇ ਨਾਲ ਹੀ ਪਾਏ ਆ। ਬਿਲਕੁਲ ਸਹੀ ਆ। ਉਹਨਾਂ ਦੀ ਫੈਮਿਲੀ ਪੁੱਛਦੀ ਨਹੀਂ ਕਿ ਤੁਸੀਂ ਸਾਰਾ ਦਿਨ ਮੰਤਰੀ ਸਾਹਿਬ ਦੇ ਨਾਲ ਹੋ, ਲੀਡਰ ਸਾਹਿਬ ਦੇ ਅੱਗੇ ਪਿੱਛੇ ਕਾਰਾਂ, ਉਹ ਜੀ ਅੱਜ ਫਲਾਣੇ ਲੀਡਰ ਦੇ ਨਾਲ ਸੀ, ਘਰ ਜਾ ਕੇ ਕਹਿੰਦੇ ਨੇ ਉਹ ਜੀ ਅੱਜ ਫਲਾਣੇ ਲੀਡਰ ਦੇ ਨਾਲ ਸੀ। ਉਹ ਤਾਂ ਠੀਕ ਆ ਸੀ, ਪੂਰੀ ਦਿਹਾੜੀ ਤੁਸੀਂ ਉੱਥੇ ਲਾਈ, ਉਹ ਕਮਾਇਆ ਕੀ? ਘਰਦਿਆਂ ਨੂੰ ਰੋਟੀ ਕਿੱਥੋਂ ਖਵਾਉਣੀ ਆ? ਉਹ ਚੀਜ਼ ਕਿੱਥੋਂ ਆ ਜਾਂਦੀ ਹੈ? ਉਹ ਪੈਸੇ ਦਾ ਇੰਤਜ਼ਾਮ ਕਿੱਦਾਂ ਕਰਦੇ ਨੇ? ਇਹ ਚਿੱਟੇ ਕੱਪੜਿਆਂ ਵਾਲੇ ਜਿਹੜੇ ਚਮਚੇ ਆਲੇ ਦੁਆਲੇ ਹੁੰਦੇ ਨੇ, ਇਹ ਸੋਚਣ ਵਾਲੀ ਗੱਲ ਹੈ, ਕਿੱਥੋਂ ਪੈਸੇ ਲੈਂਦੇ ਨੇ। ਅੱਛਾ, ਫਿਲਹਾਲ ਮੈਨੂੰ ਲੱਗਦਾ ਆਪਾਂ ਇਹ ਨਾ ਸੋਚੀਏ, ਮੈਨੂੰ ਲੱਗਦਾ ਸ਼ਾਇਦ ਇਹ ਕੱਪੜਿਆਂ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੁੰਦੇ ਹੋਣਗੇ, ਐਡਜਸਟ ਕਰ ਦਿੰਦੇ ਕਿਉਂਕਿ ਗੁਜ਼ਾਰਾ ਤਾਂ ਉਹਨਾਂ ਨੇ ਵੀ ਕਰਨਾ ਨਾ, ਭੁੱਖ ਤਾਂ ਉਹਨਾਂ ਨੂੰ ਵੀ ਲੱਗਦੀ ਹੈ। ਖੈਰ ਅੱਗੇ ਚੱਲੀਏ, ਕਿਉਂਕਿ ਬੜੀ ਆਪਾਂ ਗੱਲ ਥੋੜੀ ਦੇਖੋ ਸੋਚਣ ਵਾਲੀ ਗੱਲ ਹੈ, ਤਾਂ ਮਾਈਂਡ ਤੇ ਪ੍ਰੈਸ਼ਰ ਪੈਂਦਾ ਤੇ ਫਿਰ ਕਿਤੇ ਨਾ ਕਿਤੋਂ ਕੋਈ ਕੜੀਆਂ ਤਾਂ ਜੁੜਦੀਆਂ ਹੀ ਨੇ। ਨਹੀਂ ਵਾਕਈ ਤੁਸੀਂ ਕੜੀ ਜੋੜਨ 'ਚ ਵੈਸੇ ਵੀ ਮਸ਼ਹੂਰ ਹੋ। ਬਿਲਕੁਲ ਠੀਕ ਹੈ ਜੀ। ਚਲੋ ਅੱਗੇ, ਬੰਬੀਹਾ ਗੈਂਗ ਦੀ ਧਮਕੀ। ਅੱਛਾ, ਬੰਬੀਹਾ ਗੈਂਗ ਦੀ ਥੋੜੇ ਦਿਨ ਪਹਿਲਾਂ ਵੀ ਧਮਕੀ ਆਈ ਸੀਗੀ, ਔਰ ਇਸ ਵਾਰ ਮੈਨੂੰ ਲੱਗਦਾ ਫਿਰ ਦੇ ਦਿੱਤੀ ਉਹਨਾਂ ਨੇ ਧਮਕੀ। ਕੀ ਕਹਿ ਰਹੇ ਨੇ ਇਸ ਵਾਰ? ਬਸ ਉਹ ਆਪਸ ਦੀ ਖਹਿਬਾਜੀ, ਲਾਰੈਂਸ ਔਰ ਜੱਗੂ ਭਗਵਾਨਪੁਰੀਆ ਜੀ, ਅਸੀਂ ਉਹਨਾਂ ਦੀ ਜਾਨ ਦੇ ਦੁਸ਼ਮਣ, ਉਹਨਾਂ ਦੀ ਜਾਨ ਦੇ ਦੁਸ਼ਮਣ, ਜਦੋਂ ਤੱਕ ਅਸੀਂ ਉਹਨਾਂ ਨੂੰ ਠੰਡਾ ਨਹੀਂ ਕਰ ਦਾਂਗੇ ਸਾਨੂੰ ਚੈਨ ਨਹੀਂ ਆਉਣਾ। ਉਹ ਕਹਿੰਦੇ ਅਸੀਂ ਉਹਨਾਂ ਨੂੰ ਠੰਡਾ ਨਹੀਂ ਕਰ ਦਾਂਗੇ ਸਾਨੂੰ ਚੈਨ ਨਹੀਂ ਆਉਣਾ। ਇਹ ਆਪਣੇ ਚੈਨ ਦੇ ਵਿੱਚ ਸਾਡਾ ਚੈਨ ਸਾਰੇ ਸਟੇਟ ਦਾ ਖਰਾਬ ਕੀਤਾ ਹੋਇਆ ਇਹਨਾਂ ਨੇ, ਪੂਰਾ ਅਮਨ ਚੈਨ ਖਰਾਬ ਕਰਕੇ ਰੱਖ ਦਿੱਤਾ ਹੈ। ਮਤਲਬ ਅਸੀਂ ਗਾਣੇ ਸੁਣਦੇ ਸੀ, ਮਨਕੀਰਤ ਉਲਖ ਦਾ ਇਹ ਗਾਣਾ ਮੈਨੂੰ ਦੱਸਦੇ ਸੀਗੇ, ਕਹਿੰਦੇ ਜੀ ਗੈਂਗਲੈਂਡ ਬਣਿਆ, ਗੈਂਗਲੈਂਡ, ਤੇ ਉਹ ਗੈਂਗਲੈਂਡ ਹੀ ਬਣਾ ਦਿੱਤਾ। ਕਦੀ ਫਲਾਨੇ ਨੂੰ ਧਮਕੀ ਤੇ ਫਿਰ ਫਲਾਨੇ ਨੂੰ ਧਮਕੀ, ਤੇ ਫਿਰ ਆਪਸ 'ਚ ਗੈਂਗ ਵਾਰਾਂ ਹੋਣ ਦਾ ਡਰ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੈ। ਪਰ ਇਹਦੇ ਵਿੱਚ ਸਭ ਦੇ ਵਿੱਚ ਨਾ ਮੈਨੂੰ ਇਹ ਇੱਕ ਗੱਲ ਲੱਗਦੀ ਹੈ ਕਿ ਇਨਕੁਆਇਰੀ ਕਿੱਥੇ ਤੱਕ ਪਹੁੰਚੀ ਆ, ਕਿਉਂਕਿ ਆਪਾਂ ਥੋੜ੍ਹੇ ਦਿਨ ਪਹਿਲਾਂ ਬਲਕੌਰ ਸਿੰਘ ਮੂਸੇਵਾਲਾ ਨੇ ਵੀ ਕਹਿ ਦਿੱਤਾ ਵੀ ਉਹਨਾਂ ਨੇ ਆਪਣਾ ਟਵਿੱਟਰ ਪੇਜ ਵੱਖਰਾ ਬਣਾਇਆ, ਔਰ ਉਹਨਾਂ ਨੇ ਕਿਹਾ ਵੀ ਮੈਂ ਹੁਣ ਸਾਰੀਆਂ ਸਟੇਟਮੈਂਟ ਇਹ ਤੋਂ ਦਊਂਗਾ। ਦੇਖਣ ਵਾਲੀ ਇਹ ਗੱਲ ਆ ਕਿ ਜਿਹੜਾ ਚਲੋ ਇਹ ਲੋਕ ਜੋ ਕਰਦੇ ਆ ਉਹ ਤਾਂ ਇੱਕ ਵੱਖਰੀ ਗੱਲ ਆ, ਉਹ ਜਿਹੜਾ ਆਪਾਂ ਕਹਿੰਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ, ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਵਿਸ਼ਾ ਆ। ਪਰ ਜੋ ਮਾਪੇ ਚਾਹੁੰਦੇ ਨੇ, ਜੋ ਅਸੀਂ ਆਮ ਲੋਕ ਚਾਹੁੰਦੇ ਆ, ਫੈਨ ਚਾਹੁੰਦੇ ਨੇ, ਜਦੋਂ ਅਸੀਂ ਚਾਹੁੰਦੇ ਸੀ ਕਿ ਹਾਈ ਪ੍ਰੋਫਾਈਲ ਕੇਸ ਹੈ, ਗਵਰਨਮੈਂਟ ਨੂੰ ਚਾਹੀਦਾ ਸੀਗਾ, ਸਾਡੇ ਐਡਮਿਨਿਸਟ੍ਰੇਟਿਵ ਨੂੰ ਚਾਹੀਦਾ ਸੀਗਾ ਕਿ ਫਾਸਟ ਟਰੈਕ ਇਨਵੈਸਟੀਗੇਸ਼ਨ ਹੋਵੇ ਔਰ ਰਿਜ਼ਲਟ ਬਹੁਤ ਸਾਹਮਣੇ ਆ ਜਾਣ। ਪਰ ਇੱਦਾਂ ਲੱਗਦਾ ਕਿ ਪਾਣੀ 'ਚ ਮਧਾਣੀ ਪਾ ਕੇ ਬੈਠੇ ਨੇ, ਨਾ ਇੱਧਰ ਆ ਜਿੰਨਾ ਮਰਜ਼ੀ ਰੜਕੀ ਜਾਓ, ਨਾ ਕਹਿੰਦੇ ਮੱਖਣ ਆਵੇ ਤੇ ਨਾ ਜਾਨ ਛੁੱਟੇ, ਇੱਦਾਂ ਦਾ ਹਿਸਾਬ ਹੋ ਗਿਆ ਸੰਜੀਵ ਜੀ। ਬਿਲਕੁਲ ਹੈ। ਔਰ ਜੇ ਤੁਸੀਂ ਕਹਿੰਦੇ ਹੋ ਨਾ ਕਿ ਉਹ ਕੜੀ ਜੋੜਦਾ ਹਾਂ ਮੈਂ, ਤੇ ਫਿਰ ਕੜੀ ਜੁੜ ਸਕਦੀ ਹੈ ਕਿ ਇਹ ਜਿਹੜੇ ਗੈਂਗਸਟਰਸ ਨੇ, ਆਪਾਂ ਪਹਿਲਾਂ ਵੀ ਜੋੜਦੇ ਰਹੇ ਹਾਂ, ਇਹ ਹੋ ਸਕਦਾ ਕਿ ਕੋਈ ਪੋਲੀਟੀਕਲ ਬੰਦਿਆਂ ਨਾਲ ਵੀ ਇਹਨਾਂ ਦੀ ਕੜੀ ਜੁੜਦੀ ਹੋਵੇ। ਔਰ ਜਿਹੜੇ ਇਹ ਚਿੱਟੇ ਕੱਪੜਿਆਂ ਵਾਲੇ ਨੇ, ਸ਼ਾਇਦ ਇਸੇ ਕਰਕੇ ਰੱਖੇ ਹੋਏ ਨੇ ਕਿ ਡਾਇਰੈਕਟਲੀ ਮੰਤਰੀ ਸਾਹਿਬ ਇਨਵੋਲਵ ਹੁੰਦੇ ਦਿਖਾਈ ਨਾ ਦੇਣ। ਇਹ ਚਿੱਟੇ ਕੱਪੜਿਆਂ ਵਾਲੇ ਜਿਹੜੇ ਉਹਨਾਂ ਦੇ ਚਮਚੇ ਨੇ,
ਉਹ ਇਹਨਾਂ ਗੈਂਗਸਟਰਸ ਦੇ ਨਾਲ ਗੱਲਬਾਤ ਕਰਨ ਔਰ ਆਪਣੇ ਜਿਹੜੇ ਕੰਮ ਕਰਵਾਉਣੇ ਨੇ ਉਹ ਕੰਮ ਕਰਵਾਉਣ ਇਹਨਾਂ ਦੇ ਥਰੂ, ਜਿਹੜੇ ਕਾਨੂੰਨੀ ਤੌਰ ਤੇ ਨਹੀਂ ਕਰ ਜਿਹੜੇ ਕੋਈ ਸਕਦੇ ਅਫੀਸ਼ੀਅਲੀ ਨਹੀਂ ਹੁੰਦੇ ਹੈਗੇ ਨਾ, ਉਹ ਗੈਰ ਕਾਨੂੰਨੀ ਤਰੀਕੇ ਨਾਲ ਹੋਣ। ਉਹ ਚਿੱਟੇ ਕੱਪੜਿਆਂ ਵਾਲੇ ਸ਼ਾਇਦ ਇਸ ਕਰਕੇ ਵੀ ਰੱਖੇ ਮੰਤਰੀ ਦਾ ਖਾਸ, ਮੈਂ ਮੰਤਰੀ ਦਾ ਖਾਸ ਬੋਲਦਾ, ਉਹ ਵੀ ਕੜੀ ਜੁੜ ਗਈ ਕਿ ਮੈਂ ਖਾਸ ਬੋਲਦਾ। ਇਹ ਖਾਸ ਬੰਦਿਆਂ ਨੇ ਸਾਨੂੰ ਪਤਾ ਨਹੀਂ ਕੀ ਕਿਹੜੇ ਕਿਹੜੇ ਦਿਨ ਦਿਖਾਉਣੇ ਨੇ। ਸੋ ਗੱਲ ਇਹੀ ਆ ਕਿ ਬਾਰ-ਬਾਰ ਆਪਾਂ ਉਸੇ ਚੀਜ਼ ਨੂੰ ਅੰਡਰਲਾਈਨ ਕਰਾਂਗੇ ਕਿ ਜਿਹੜਾ ਸੀਐਮ ਆਪਣੇ ਕਹਿੰਦੇ ਨੇ ਕਿ ਇਹ ਜਿਹੜੇ ਗੈਂਗਸਟਰਸ ਨੇ ਆਪਣੇ ਹੀ ਮੁੰਡੇ ਨੇ, ਆਪਣੇ ਹੀ ਬੰਦੇ ਨੇ, ਔਰ ਇਹਨਾਂ ਦੇ ਲਈ ਕੋਈ ਬਿਹਤਰ ਹੋ ਸਕਦਾ ਤਾਂ ਜ਼ਰੂਰ ਕਰਨਾ ਚਾਹੀਦਾ, ਔਰ ਜਿਨ੍ਹਾਂ ਨੂੰ ਸਟ੍ਰੀਮਲਾਈਨ 'ਚ ਲਿਆ ਸਕਦੇ ਹਾਂ ਜ਼ਰੂਰ ਲਿਆਉਣਾ ਚਾਹੀਦਾ। ਜਿਹੜੇ ਬਹੁਤ ਦੂਰ ਨਿਕਲ ਗਏ ਨੇ ਕ੍ਰਾਈਮ ਦੀ ਦੁਨੀਆ 'ਚ, ਉਹ ਤਾਂ ਫਿਰ ਕਾਨੂੰਨ ਦੇਖੇਗਾ ਕਿ ਕਿੱਧਰ ਜਾਣਾ ਹੈ। ਔਰ ਨਾਲ ਦੀ ਨਾਲ ਜਿਹੜੇ ਇਹ ਸਾਰੇ ਇਹਨਾਂ ਦਾ ਬੰਦੋਬਸਤ ਕਰਨ ਵਾਲੇ ਲੋਕ ਨੇ, ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਨੇ, ਕਿਉਂਕਿ ਇਹਨਾਂ ਵੱਲੋਂ ਵੀ ਕਈ ਵਾਰ ਸਟੇਟਮੈਂਟਸ ਆਉਂਦੀਆਂ ਨੇ ਗੈਂਗਸਟਰਸ ਵੱਲੋਂ ਕਿ ਸਾਨੂੰ ਗੈਂਗਸਟਰਸ ਬਣਾਇਆ ਕਿਹਨਾਂ ਨੇ ਹੈ, ਇਹ ਵੀ ਤਾਂ ਦੱਸੋ। ਵਾਕਈ ਠੀਕ ਹੈ ਨਾ, ਇਹ ਬੜਾ ਇੱਕ ਸੋਸ਼ਲ ਸਾਇੰਸ ਦਾ ਕੁਐਸਚਨ ਹੈ ਕਿ ਅਸੀਂ ਕਿੱਦਾਂ ਦਾ ਇਹ ਸਮਾਜ ਦਾ ਨਿਰਮਾਣ ਕਰਦੇ ਤੁਸੀਂ ਫਿਰ ਮੋਰਾਲ ਤੇ ਆ ਗਏ, ਮੋਰਾਲ ਤੇ ਆ ਗਏ। ਮੋਰਾਲ ਦੀ ਗੱਲ ਨਹੀਂ, ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ। ਉਹਨਾਂ ਮਾਪਿਆਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਗੈਂਗਸਟਰਸ ਬਣ ਕੇ, ਹੁਣ ਲਾਰੈਂਸ ਬਿਸ਼ਨੋਈ ਜੇਲ੍ਹਾਂ 'ਚ ਹੀ ਹੈ, ਮਾਂ-ਬਾਪ ਨੂੰ ਕੀ ਸੁੱਖ ਪੁੱਤਰ ਦਾ, ਔਰ ਮਾਂ-ਬਾਪ ਕੀ ਸੋਚਦੇ ਹੋਣਗੇ ਕਿ ਇਸ ਵਾਸਤੇ ਪੁੱਤਰ ਨੂੰ ਜੰਮਿਆ ਕਿ ਆ ਜੇਲ੍ਹਾਂ 'ਚ ਧੱਕੇ ਖਾਂਦਾ ਫਿਰੇ। ਆਫਟਰ ਆਲ ਹਿਊਮਨ ਬੀਇੰਗਸ ਨੇ। ਕਿਤੇ ਨਾ ਕਿਤੇ ਇਹ ਲਾਰੈਂਸ ਬਿਸ਼ਨੋਈ ਦੇ ਅੰਦਰ ਵੀ ਮਮਤਾ ਜਾਗਦੀ ਹੋਏਗੀ ਆਪਣੇ ਮਾਂ-ਬਾਪ ਨੂੰ ਮਿਲਣ ਦੀ, ਮਾਂ-ਬਾਪ ਨੂੰ ਦੇਖਣ ਦੀ। ਹੁਣ ਉਹ ਮਾਂ-ਬਾਪ ਜਿਹੜੇ ਸੁਸਾਇਟੀ 'ਚ ਰਹਿੰਦੇ ਨੇ, ਉਹਨਾਂ ਨੂੰ ਤਾਨੇ ਵੀ ਸੁਣਨੇ ਪੈਂਦੇ ਹੋਣਗੇ, ਆਹ ਤੁਹਾਡਾ ਪੁੱਤਰ, ਆਹ ਦੇਖ ਲਓ, ਪੁਲਿਸ ਕਦੀ ਉਧਰ ਘਸੀਟੀ ਫਿਰਦੀ ਹੈ, ਕਦੀ ਉਧਰ ਘਸੀਟੀ ਫਿਰਦੀ, ਕਦੀ ਉਧਰ ਪੁਲਿਸ ਰਿਮਾਂਡ, ਕਦੀ ਉਧਰ ਪੁਲਿਸ ਰਿਮਾਂਡ, ਆਹ ਤੁਹਾਡਾ ਪੁੱਤਰ ਹੈ, ਨਲਾਇਕ ਜੰਮ ਕੇ ਰੱਖ ਦਿੱਤਾ। ਜਾਨ ਤੇ ਬਣੀ ਰਹਿੰਦੀ ਹੈ, ਬਹੁਤ ਕੁਝ ਤਾਨੇ ਸਹਿਣੇ ਪੈਂਦੇ ਨੇ। ਤੁਹਾਨੂੰ ਪਤਾ ਸਾਡਾ ਸਮਾਜ ਕਿੱਦਾਂ ਦਾ, ਉਂਝ ਨਹੀਂ ਜਿਉਣ ਦਿੰਦਾ ਕਿਸੇ ਨੂੰ। ਸੋ ਇਹ ਸਭ ਚੀਜ਼ਾਂ ਰਿਸ਼ਤੇਦਾਰਾਂ ਨੂੰ ਸਹਿਣੀਆਂ ਪੈਂਦੀਆਂ ਨੇ। ਸੋ ਇਸ ਖੈਰਾ ਸਾਹਿਬ ਬਹੁਤ ਅਜੀਬ ਜੀ ਸੁਸਾਇਟੀ ਬਣ ਗਈ ਹੈ, ਅਜੀਬ ਜੀ ਸੁਸਾਇਟੀ ਬਣ ਗਈ ਹੈ, ਔਰ ਇਹਦੇ ਵਿੱਚ ਸਭ ਦੀ ਲਾਈਫ ਦੇ ਉੱਤੇ ਖਤਰਾ ਬਣਿਆ ਹੋਇਆ। ਤੁਸੀਂ ਕੁਝ ਬੋਲ ਨਹੀਂ ਸਕਦੇ, ਕੁਝ ਨਹੀਂ ਪਤਾ ਕਿਹੜਾ ਬੰਦਾ ਕਿਹਦੇ ਨਾਲ ਇਨਵੋਲਵ ਹੈ, ਕਿਹੜਾ ਬੰਦਾ ਕਿੱਥੇ ਲਿੰਕ ਰੱਖਦਾ, ਕਿਹੜਾ ਕਿੱਥੇ ਜਾ ਕੇ ਕਿਹੜੀ ਖਬਰ ਦੇ ਦੇਗਾ, ਕਿੱਥੋਂ ਕੀ ਨਿਕਲ ਤੁਸੀਂ ਹੁਣ ਆਪਣੇ ਗਵਾਂਢ 'ਚ ਵੀ ਨਾ ਗੱਲ ਕਰਿਆ ਕਰੋ। ਸਭ ਚੀਜ਼ਾਂ ਨਹੀਂ, ਗਵਾਂਢ 'ਚ ਗੱਲ ਕਰਨੀ, ਐਕਚੁਅਲੀ ਗਵਾਂਢ 'ਚ ਗੱਲ ਕੀ ਕਰਨੀ ਹੈ ਕਿ ਸਾਰੇ ਜਾਣੇ ਹੀ ਇਸ ਡਿਸਕਸ਼ਨ 'ਚ ਪਏ ਹੋਏ ਨੇ। ਸਾਨੂੰ ਆਮ ਲੋਕਾਂ ਨੂੰ ਹਮੇਸ਼ਾ ਹੀ ਇਸ ਚੀਜ਼ ਦਾ ਹਿੱਸਾ ਬਣਨਾ ਪੈਂਦਾ ਹੈ ਕਿ ਇਹ ਜਿਹੜੀ ਸੁਸਾਇਟੀ ਆ ਇਹ ਇੰਨੀ ਜ਼ਿਆਦਾ ਖਤਰਨਾਕ ਬਣ ਚੁੱਕੀ ਹੈ ਇਸ ਵਕਤ ਕਿ ਕੁਝ ਨਹੀਂ ਪਤਾ ਲੱਗਦਾ ਕਿੱਥੇ ਕੀ ਹੋ ਰਿਹਾ। ਤੁਸੀਂ ਆਪ ਦੇਖੋ, ਕਦੀ ਹੋਟਲਸ ਦੇ ਵਿੱਚ ਗੋਲੀ ਚੱਲ ਗਈ, ਕਦੀ ਕਿਤੇ ਕਿਸੇ ਨੇ ਚਾਕੂ ਨਾਲ ਮਾਰ ਦਿੱਤਾ। ਸਾਰੇ ਆਮ ਰੋਜ਼ ਕੋਈ ਦਿਨ ਸ਼ਾਇਦ ਹੀ ਬੀਤਦਾ ਜਦੋਂ ਗੋਲੀ ਨਹੀਂ ਚੱਲਦੀ, ਮਰਡਰ ਨਹੀਂ ਹੁੰਦਾ। ਕੀ ਬਣ ਗਿਆ? ਤੁਸੀਂ ਵਾਕਈ ਠੀਕ ਕਿਹਾ, ਇੱਕ ਲੈਂਡ ਆਫ ਕ੍ਰਾਈਮ ਬਣ ਚੁੱਕਾ ਹੈ, ਗੈਂਗਲੈਂਡ ਬਣ ਚੁੱਕੀ ਹੈ। ਵੀ ਇਹ ਕਿੱਦਾਂ ਦਾ ਪੰਜਾਬ ਹੈ? ਇਦਾਂ ਦਾ ਪੰਜਾਬ, ਰੰਗਲਾ ਪੰਜਾਬ ਆਪਾਂ ਕਿਵੇਂ ਬਣਾਵਾਂਗੇ? ਚਲੋ ਕਹਿੰਦੇ ਆ ਕਿ ਮਨਸ਼ੇ ਚੰਗੇ ਨੇ ਸਰਕਾਰਾਂ ਦੇ, ਅੱਗੇ ਵੱਧ ਜੀ ਕਿ ਮੈਂ ਕਹਿੰਦਾ ਮਨਸ਼ੇ ਚੰਗੇ ਨੇ, ਚਲੋ ਵਧੀਆ ਰਿਜ਼ਲਟ ਆਉਣ, ਵਧੀਆ ਤਾਂ ਭਾਰਤ ਭੂਸ਼ਣ ਆਸ਼ੂ ਜੀ ਦਾ ਰਿਜ਼ਲਟ ਲੈਣੇ ਆ ਜੀ। ਅੱਛਾ, ਭਾਰਤ ਭੂਸ਼ਣ ਆਸ਼ੂ ਹੁਣੇ ਲਗਾਤਾਰ ਖਬਰਾਂ ਦੇ ਵਿੱਚ, ਪਰ ਇਹ ਕਹਿ ਲਈਏ ਕਿ ਇਹ ਖਬਰਾਂ ਜਿਹੜੀਆਂ ਨੇ ਉਹ ਚੰਗੀਆਂ ਖਬਰਾਂ ਨਹੀਂ ਆ। ਔਰ ਇੱਕ ਡੀਈਓ ਦੇ ਨਾਲ ਉਹਨਾਂ ਦੀ ਇੱਕ ਵੀਡੀਓ ਹੈ, ਵਾਇਰਲ ਹੋ ਰਹੀ ਹੈ, ਬੜੀਆਂ ਸਾਰੀਆਂ ਵੀਡੀਓ ਹੁਣ ਵਾਇਰਲ ਹੋ ਰਹੀਆਂ, ਬਹੁਤ ਕੁਝ ਹੋ ਰਿਹਾ ਹੈ। ਉਹਦੇ 'ਚੋਂ ਡਿਮਾਂਡਸ ਦੀ ਗੱਲ ਹੋ ਰਹੀ। ਕਿਸੇ ਵਕਤ ਭਾਰਤ ਭੂਸ਼ਣ ਜੀ ਕਹਿੰਦੇ ਹੁੰਦੇ ਸੀਗੇ, ਆਸ਼ੂ ਸਾਹਿਬ ਸਰੇਆਮ ਸਾਨੂੰ ਫੜ ਕੇ ਦਿਖਾਓ, ਸਾਡੇ ਖਿਲਾਫ ਕੁਝ ਲੱਭ ਕੇ ਦਿਖਾਓ। ਤੇ ਮਾਨ ਸਾਹਿਬ ਕਹਿੰਦੇ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਸੀਂ ਉਹਨਾਂ ਨੂੰ। ਅੱਛਾ, ਮਾਨ ਸਾਹਿਬ ਦਾ ਵੀ ਇਹ ਬਿਆਨ ਤੁਸੀਂ ਚਲੋ ਗੱਲ ਕਰ ਹੀ ਲਈ ਤੇ ਕਰ ਹੀ ਲੈਂਦੇ। ਉਹ ਕਹਿੰਦੇ ਜੀ ਪਹਿਲਾਂ ਤੇ ਚੰਡੀਗੜ੍ਹ ਆ ਕੇ ਕਹਿੰਦੇ ਸੀ ਵੀ ਫੜ ਕੇ ਦਿਖਾਓ, ਤੇ ਹੁਣ ਕਹਿੰਦੇ ਅਸੀਂ ਫੜ ਲਿਆ ਤੇ ਹੁਣ ਇਹ ਇਕੱਠੇ ਹੋਏ ਫਿਰਦੇ ਆ। ਇਹ ਮਤਲਬ ਚੱਲ ਕੀ ਰਿਹਾ? ਵੈਸੇ ਤਾਂ ਕਹਿੰਦੇ ਆ, ਦੇਖੋ ਜੀ, ਉਹਨਾਂ ਕੋਲੇ ਫੂਡ ਮੰਤਰਾਲਾ ਸੀਗਾ, ਆਪਾਂ ਕਹਿ ਲਈਏ ਕਿ ਨਾ ਬੜਾ ਵੱਡਾ ਮੰਤਰਾਲਾ ਹੈ ਪੰਜਾਬ ਦਾ। ਔਰ ਉਸ ਸਮੇਂ ਕਿਉਂਕਿ ਲੱਗਦਾ ਨਹੀਂ, ਕਿਉਂਕਿ ਮੈਂ ਪਹਿਲੇ ਦਿਨ ਵੀ ਜਦੋਂ ਉਹਨਾਂ ਦੀ ਹੋਈ ਆ ਤਾਂ ਮੈਂ ਆਫ ਦਾ ਕੈਮਰਾ ਕਹਿ ਰਿਹਾ ਸੀ ਵੀ ਯਾਰ ਜਿਵੇਂ ਉਹ ਰਹਿੰਦੇ ਨੇ, ਉਹਨਾਂ ਦੀ ਦਾੜੀ ਬਹੁਤ ਸੋਹਣੀ ਹੈ, ਉਹਨਾਂ ਨੇ ਐਡੀ ਛੱਡੀ ਖੁੱਲੀ, ਬੜੇ ਰਸੂਖਦਾਰ ਜਿਹੇ ਬੰਦੇ ਲੱਗਦੇ ਆ, ਹੈ ਨਾ, ਬੜਾ ਮੇਨਟੇਨ ਜਿਹਾ ਹੋ ਕੇ ਰਹਿੰਦੇ ਨੇ। ਜਦੋਂ ਬੋਲਦੇ ਨੇ ਉਹ ਬੜਾ ਲੱਗਦਾ ਕਿ ਐਜੂਕੇਸ਼ਨ ਜੀ ਵਾਲੀ ਗੱਲ ਆ। ਪਰ ਬਾਅਦ ਵਿੱਚ ਪਤਾ ਲੱਗਿਆ ਬਿਊਰੋਕ੍ਰੇਸੀ ਤੋਂ ਕਿ ਉਹਨਾਂ ਨੂੰ ਕੰਡਕਟ ਦਾ ਵੀ ਉਹਨਾਂ ਦਾ ਕੋਈ ਚੰਗਾ ਕੰਡਕਟ ਨਹੀਂ ਸੀਗਾ। ਆਡੀ ਵੀਡੀਓ ਤੁਸੀਂ ਵਾਇਰਲ ਦੀ ਗੱਲ ਕਰਦੇ ਹੋ, ਡੀਓ ਦੇ ਨਾਲ ਵਾਇਰਲ ਹੋਈ ਹੈ ਤੇ ਝਿੜਕਾਂ ਮਾਰਦੇ ਨਜ਼ਰ ਆ ਰਹੇ ਨੇ। ਤੁਹਾਨੂੰ ਨਹੀਂ ਪਤਾ, ਕਹਿੰਦੇ ਜੀ ਮਨਿਸਟਰ ਇੱਥੇ ਬੈਠਾ ਆ। ਉਹ ਬੜੀਆਂ ਸਾਰੀਆਂ ਹੁਣ ਵੀਡੀਓ ਹੈ, ਚੁਟਕੀਆਂ ਲਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦੇ ਵੱਲੋਂ। ਉਹ ਲਗਾਤਾਰ ਆਪਣੇ ਸੋਸ਼ਲ ਅਕਾਊਂਟਸ ਦੇ ਉੱਤੇ ਇਹਨਾਂ ਵੀਡੀਓ ਨੂੰ ਸਾਂਝਿਆ ਕਰ ਰਹੇ। ਇੱਕ ਨਾ ਉਹ ਅੰਗਰੇਜ਼ੀ 'ਚ ਕਹਾਵਤ ਹੈ, ਅਪੀਅਰੈਂਸਿਸ ਆਰ ਆਲਵੇਜ਼ ਡਿਸੈਪਟਿਵ, ਕਿ ਜਿਹੜੀ ਤੁਹਾਡੇ ਦਿੱਖ ਹੁੰਦੀ ਹੈ ਨਾ ਉਹ ਹਮੇਸ਼ਾ ਧੋਖਾ ਹੀ ਦਿੰਦੀ ਹੈ ਲੋਕਾਂ ਨੂੰ। ਅੰਦਰੋਂ ਤੁਸੀਂ ਕੁਝ ਹੋਰ ਹੁੰਦੇ ਹੋ, ਬਾਹਰੋਂ ਤੁਸੀਂ ਕੁਝ ਹੋਰ ਬਣ ਕੇ ਆਉਂਦੇ ਹੋ। ਵਾਕਈ ਸੋ ਇਹ ਪ੍ਰੂਵ ਹੋ ਰਿਹਾ, ਚਿਹਰੇ ਦੇ ਥੱਲੇ ਚਿਹਰੇ ਆ ਜੀ, ਹੈ ਨਾ, ਪਤਾ ਹੀ ਨਹੀਂ ਲੱਗਦਾ ਕੀ ਹੈਗਾ। ਅੱਛਾ, ਪਰ ਇਹ ਹੈ ਕਿ 2000 ਕਰੋੜ ਦਾ ਜੇ ਘਟਾਲਾ ਹੈਗਾ ਤਾਂ ਫਿਰ ਤੇ ਬਹੁਤ ਹੀ ਹੈ, ਬਹੁਤ ਘੱਟ ਹੈ। ਨਹੀਂ ਫਿਲਹਾਲ ਮੈਨੂੰ ਲੱਗਦਾ ਕਿ ਘੱਟ ਤੋਂ ਵੱਧ ਹੋ ਗਏ ਅਸੀਂ, ਔਰ ਸਮਾਂ ਸਾਡਾ ਜਾਣਦਾ ਹੋ ਗਿਆ, ਸਮਾਂ ਸਾਡਾ ਹੋ ਗਿਆ। ਪਰ ਇੱਕ ਚੀਜ਼ ਹੈ ਕਿ ਰਾਜਾ ਵੜਿੰਗ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ, ਉਹਦੇ ਬਾਰੇ ਗੱਲ ਕਰਦੇ ਹਾਂ। ਬਾਕੀ ਜ਼ਰੂਰ ਕਰ ਲਓ, ਇੱਥੇ ਆਪਾਂ ਕੰਪਾਈਲ ਕਰ ਦਾਂਗੇ ਪ੍ਰੋਗਰਾਮ ਨੂੰ। ਕਹਿੰਦੇ ਕਿ ਤੁਸੀਂ ਸਾਡੀਆਂ 2022 ਦੇ ਵਿੱਚ ਫਾਈਲਾਂ ਖੋਲਦੇ ਪਏ ਹੋ ਨਾ, ਅਸੀਂ 2027 ਦੇ ਵਿੱਚ ਤੁਹਾਡੀਆਂ ਫਾਈਲਾਂ ਖੋਲਾਂਗੇ। ਇਹ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕਹਿ ਦਿੱਤਾ। ਅੱਛਾ, ਫਿਰ ਇਹਨਾਂ ਨੂੰ ਲੱਗਦਾ ਹੋਣਾ ਵੀ ਇਹ ਆ ਜਾਣਗੇ।
ਆ ਜਾਣਗੇ। ਮਤਲਬ ਇਹ ਕੀ ਹੋਇਆ, ਇਹ ਸਮਝ ਨਹੀਂ ਆ ਰਿਹਾ ਕਿ ਤੁਸੀਂ ਚੇਤਾਵਨੀ ਦੇ ਰਹੇ ਹੋ ਕਿ ਧਮਕੀ ਦੇ ਰਹੇ ਹੋ। ਚਲੋ ਆਪਾਂ ਇਹਨਾਂ ਤੇ ਉੱਤੇ ਛੱਡਦੇ, ਸਾਡੇ ਦੇਖਣ ਵਾਲਿਆਂ ਦੇ ਉੱਤੇ ਵੀ ਤੁਸੀਂ ਕੀ ਇਹਨੂੰ ਸਮਝੋਗੇ। ਫਿਲਹਾਲ ਮੈਨੂੰ ਤੇ ਸੰਜੀਵ ਜੀ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।